ਹੁਣ ਇੱਥੇ ਇੱਕ ਗੱਲ ਬੜੀ ਚਿੰਤਾ ਵਾਲੀ ਆ, ਦੁੱਖ ਵਾਲੀ ਵੀ ਆ, ਔਰ ਉਹਨਾਂ ਨੇ ਕਿਸਾਨਾਂ ਦੀ ਮੂਵਮੈਂਟ ਨੂੰ ਬਿਟਰੇ ਕੀਤਾ ਔਰ ਉਹਨਾਂ ਉਸ ਬਿਟਰੇਲ ਦਾ ਉਹਨਾਂ ਨੂੰ ਮੁਆਵਜ਼ਾ ਮਿਲਿਆ। ਕਿਸਾਨਾਂ ਦੀ ਬਿਟਰੇਲ ਦੇ ਮਾਵੇ ਉਹਨਾਂ ਨੇ ਖਾਧੇ, ਉਸ ਨੂੰ ਇੰਜੋਏ ਕੀਤਾ। ਕਾਰਾਂ, ਦਫ਼ਤਰ, ਉਹਨਾਂ ਦੇ ਕਿੰਨੇ ਮੁਲਾਜ਼ਮ, ਹਜ਼ਾਰਾਂ ਸੈਂਕੜੇ ਮੁਲਾਜ਼ਮ, ਐਡੀ ਬੜੀ ਉਹ ਜਿਹਦੇ ਕਿੰਨਾ ਬੜਾ ਬਜਟ ਆ, ਹਜ਼ਾਰਾਂ ਕਰੋੜਾਂ ਦਾ। ਹੁਣ ਉਹਨਾਂ ਨੇ ਕਿਸਾਨਾਂ ਨੂੰ ਬਿਟਰੇ ਕਰਕੇ ਅੱਜ ਕੀ ਹੋ ਰਿਹਾ, ਰਾਜੇਵਾਲ ਸਾਹਿਬ ਨੇ ਉੱਥੇ ਬੁਲਾ ਕੇ ਇਹ ਕਿਹਾ ਵੀ ਤੂੰ ਕਿਸਾਨਾਂ ਨੂੰ ਐਡਰੈਸ ਕਰ। ਜਿਸ ਬੰਦੇ ਨੇ ਐਡੀ ਬੜੀ ਸਟਰੋਂਗ ਮੂਵਮੈਂਟ ਕਿਸਾਨਾਂ ਦੀ ਪੰਜਾਬ ਦੇ ਵਿੱਚ, ਜਿਸ ਨੂੰ ਬਿਟਰੇ ਕਰਕੇ ਉਸਨੇ ਇਸ ਕਿਸਮ ਦੇ ਅਹੁਦੇ ਲਏ, ਤਾਂ ਉਸ ਬੇਈਮਾਨ ਨੇ, मैं माफ़ करना ये लफ्ज़ यूज़ करता, मेरी आदत नहीं इस किस्म की गल करन दी, उस धोखेबाज इंसान ने तो अज जिहड़ी चिंता है, नीडल ऑफ सस्पिशन है, वो राजेवाल साहब ते है। क्योंकि उन्होंने एक स्टेटमेंट दे विच जिहड़ा बेअंत सिंह, जिहड़ा सैकड़े बेगुनाह सिखां दा कातिल आ, उसनूं भी उन्होंने बहुत उसकी प्रशंसा की है। क्योंकि मैं हिस्टोरीअन, मैंने तो ये सारा लिखना है जो एडा बड़ा घटनाक्रम हो रहा, साडी निगाह उन्हां दे उत्ते पई आ, की वो बोलदे आ, की वो कहिंदे आ, किहनूं वो बुलाउंदे आ, कित्थे जांदे आ, की करदे आ। बहुत सत्कार सहित जिहड़े ब्रेन ऑन टीवी दे ਸਰੋਤਿਆਂ ਨੂੰ देश विदेश दे विच वाहिगुरू जी का खालसा, वाहिगुरू जी की फतेह। ਅੱਜ ਅਸੀਂ ਬਹੁਤ ਹੀ ਮਹੱਤਵਪੂਰਨ ਮੁੱਦੇ 'ਤੇ ਗੱਲ ਕਰਨ ਜਾ ਰਹੇ ਹਾਂ, ਜਿਸ ਨੂੰ ਕਿਹਾ ਜਾਂਦਾ ਕਿਸਾਨਾਂ ਦਾ ਅੰਦੋਲਨ। ਬਾਰ-ਬਾਰ ਇਹ ਗੱਲ ਰਿਪੀਟ ਕੀਤੀ ਜਾ ਰਹੀ ਹੈ ਕਿ ਅੰਦੋਲਨ ਹੈ, ਪਰ ਮੇਰੀ ਨਜ਼ਰ ਦੇ ਵਿੱਚ ਇੱਕ ਰੈਵੋਲੂਸ਼ਨ ਹੈ ਜੋ ਗੁਰੂ ਨਾਨਕ ਦੇ ਮਹਾਰਾਜ ਦੀ ਵਿਚਾਰਧਾਰਾ ਦੇ ਆਧਾਰਿਤ ਹੈ। गुरु नानक एक रेवोल्यूशनरी हैं और उन्होंने जिहड़े आइडिया सी वो भी बड़े रेवोल्यूशनरी सी। इत्थे खास तौर पर वर्णनयोग है कि दुनिया के इतिहास दे विच गुरु नानक महाराज पहले ऐसे पैगंबर हैं, पहले ऐसे रेवोल्यूशनरी पैगंबर हैं जिन्हां ने किसान की बाह फड़ी, जिन्हां ने किसानी नूं बहुत उच्चा दर्जा दिता। महाराज का कहना है उत्तम खेती, मध व्यापार, धिरग चाकरी, मतलब सब तो उत्तम जिहड़ा प्रोफैशन है, सब तो उत्तम जिहड़ा काम है वो खेती है, और उसके नाल व्यापार है। फिर दूजे नंबर ते, तीजे नंबर ते उत्ते है चाकरी, नौकरी करनी, किसी दे अधीन होना, किसी के अधीन हो के उहदे हुक्मां की पालना करनी। ये तीन जिहड़े किते आ दुनिया दे विच मन्ने जांदे। महाराज ने सब तो उत्तम जिहड़ा दर्जा दिता है वो खेती नूं दिता, क्योंकि खेती दसां नौहां की कमाई है। दसां नौहां की कमाई दे विच कोई मिलावट नहीं की जा सकती, कोई उस दे विच उच नीच नहीं किया जा सकता। अपने खून पसीने की कमाई करके धरती ਦਾ दिल चीर के बड़ियां मुशक्कतां ते मुश्किलां दे विच पैदावार करके तुसी लोकां दा ढिड भरदे हो, लोकां दी भुख मारदे हो। और सब तो वड्डी सताउण वाली चीज़ आ जिहड़ी वो भुख है। भुख बंदे नूं हर काम लई मजबूर कर दिंदी आ, और इस करके किसी दा ढिड भरना तां समझो रब नूं इबादत करन वाली गल है। तो गुरु नानक महाराज ने ਇਹ ਰੈਵੋਲੂਸ਼ਨ ਦੀ ਜਿਹੜੀ ਨੀਂਹ ਰੱਖੀ, ਔਰ ਉਸ ਦੇ ਵਿੱਚ ਕਿਸਾਨਾਂ ਦਾ ਹੱਥ ਫੜਿਆ। ਕਿਸਾਨਾਂ ਦੀ ਭਲਾਈ ਲਈ ਆਪ ਵੀ ਆਪਣੀ ਜ਼ਿੰਦਗੀ ਦੇ 18 ਸਾਲ ਜਿਹੜੇ ਸਭ ਤੋਂ ਉੱਤਮ ਸਾਲ ਸੀਗੇ ਜ਼ਿੰਦਗੀ ਦੇ, ਉਹ ਖੇਤੀ ਦੇ ਪ੍ਰੋਫੈਸ਼ਨ ਦੇ ਵਿੱਚ ਹੀ ਮਹਾਰਾਜ ਨੇ ਗੁਜ਼ਾਰੇ ਆ। ਤਾਂ ਹੁਣ ਗੱਲ ਹੈ ਦੂਸਰੇ ਲੋਕਾਂ ਦੀ ਗੱਲ ਕਰੀਏ, ਥਿੰਕਰਸ ਦੀ ਗੱਲ ਕਰੀਏ, बड़े बड़े फिलासफर्स की गल करिए, सारे थिंकरस ते फिलासफर्स ने किसानां दा ही लड़ नहीं फड़ी। कार्ल मार्क्स की गल करिए तो ये कहा करते सी कि जिहड़ा फार्मर्स हैगे, पैजेंट्स हैगे, दे आर ए पैक ऑफ पोटैटोस, भी जिवें आलूआं दा एक थैला
ਹੋਵੇ ਥੈਲਾ ਹੈ ਉਹ, ਔਰ ਉਸ ਤੋਂ ਵੱਧ ਉਹਨਾਂ ਦੀ ਕੋਈ ਔਕਾਤ ਨਹੀਂ ਹੈ। ਇਸੇ ਤਰੀਕੇ ਦੇ ਨਾਲ ਦੂਸਰੇ ਜਿੰਨੇ ਵੀ ਫਿਲੋਸਫਰਜ਼, ਫ੍ਰੈਂਚ ਰੈਵੋਲੂਸ਼ਨ ਦੇ ਥਿੰਕਰਸ ਤੇ ਫਿਲਾਸਫਰ ਬੜੇ ਮਹਾਨ ਸੀ, ਪਰ ਉਹਨਾਂ ਨੇ ਵੀ ਜਿਹੜੀ ਪੈਜ਼ੈਂਟ ਰੈਵੋਲੂਸ਼ਨ ਦੀ ਗੱਲ ਨਹੀਂ ਕੀਤੀ, ਪ੍ਰੋਲੀਟੇਰੀਏਟ ਜਿਹੜਾ ਰੈਵੋਲੂਸ਼ਨ ਆ ਉਸ ਦੀ ਗੱਲ ਕੀਤੀ, ਇੰਡਸਟਰੀਅਲ ਵਰਕਰਸ ਦੀ ਗੱਲ ਕੀਤੀ, ਪਰ ਕਿਸਾਨ ਦੀ ਗੱਲ ਉਹਨਾਂ ਨੇ ਵੀ ਨਹੀਂ ਕਿਸੇ ਵੀ ਕੀਮਤ 'ਤੇ ਉਸ ਦਾ ਲੜ ਨਹੀਂ ਫੜਿਆ, ਕਿਸੇ ਕੀਮਤ 'ਤੇ ਉਹਨਾਂ ਨੂੰ ਕੰਸੀਡਰ ਹੀ ਨਹੀਂ ਕੀਤਾ, ਉਹਨਾਂ ਨੂੰ ਰਿਕਗਨਾਈਜ਼ ਹੀ ਨਹੀਂ ਕੀਤਾ, ਉਹਨਾਂ ਨੂੰ ਇਕਨੋਲੇਜ ਹੀ ਨਹੀਂ ਕੀਤਾ। ਤੋ ਇਸੇ ਤਰੀਕੇ ਦਾ ਜਿਹੜਾ ਰਸ਼ੀਅਨ ਰੈਵੋਲੂਸ਼ਨ ਆ ਉਹ ਵੀ ਪ੍ਰੋਲੀਟੇਰੀਏਟ ਰੈਵੋਲੂਸ਼ਨ ਹੈ, ਵਰਕਰਸ ਦਾ ਰੈਵੋਲੂਸ਼ਨ ਆ, ਅਰਬਨ ਏਰੀਆਜ਼ ਦੇ ਵਿੱਚ ਕੰਮ ਕਰਨ ਵਾਲਿਆਂ ਦਾ ਰੈਵੋਲੂਸ਼ਨ ਆ। ਪਰ ਇਸੇ ਤਰੀਕੇ ਦੇ ਨਾਲ ਜਿਹੜਾ ਚਾਈਨਾ ਦਾ ਰੈਵੋਲੂਸ਼ਨ ਆ ਉਸ ਦੇ ਵਿੱਚ ਵੀ ਕਿਸਾਨਾਂ ਦੇ ਨਾਲ ਜੋ ਜ਼ੁਲਮੋ ਸਿਤਮ ਹੋਇਆ ਉਹ ਅਨਹਰਡ ਆਫ ਹੈ ਦੁਨੀਆ ਦੇ ਇਤਿਹਾਸ ਦੇ ਵਿੱਚ। ਲੱਖਾਂ ਦੀ ਗਿਣਤੀ ਵਿੱਚ ਕਿਸਾਨਾਂ ਦਾ ਬਹੁਤ ਵੱਡਾ ਨਾਸ਼ ਮਾਰ ਦਿੱਤਾ, ਉਹਨਾਂ ਦਾ ਕਤਲੋਗਾਰਤ ਹੋਈ। ਤੋ ਇਸੇ ਤਰੀਕੇ ਨਾਲ ਜੇ ਤੁਸੀਂ ਅਮਰੀਕਨ ਰੈਵੋਲੂਸ਼ਨ ਦੀ ਗੱਲ ਕਰੋਗੇ, ਉਸ ਰੈਵੋਲੂਸ਼ਨ ਦੇ ਵਿੱਚ ਵੀ ਕਿਸਾਨੀ ਤਬਕੇ ਦੇ ਨਾਲ ਜੋ ਬੇਇਨਸਾਫੀਆਂ ਜ਼ੁਲਮੋ ਸਿਤਮ ਹੋਇਆ ਉਹ ਅਨਹਰਡ ਆਫ ਹੈ। ਪਰ ਗੁਰੂ ਨਾਨਕ ਦਾ ਰੈਵੋਲੂਸ਼ਨ ਜਿਹੜਾ ਬਲੱਡਲੈਸ ਰੈਵੋਲੂਸ਼ਨ ਹੈ, ਅੱਜ ਵੀ ਜਿਸ ਨੂੰ ਕਿਸਾਨੀ ਅੰਦੋਲਨ ਕਹਿ ਰਹੇ ਆ, ਇੱਕ ਮਾਸ ਅਪਸਰਜ ਹੈ। ਇਹ ਕਿਸੇ ਇੰਡੀਵਿਜੂਅਲ ਦੀ ਇੰਸਪੀਰੇਸ਼ਨ ਨਾਲ ਨਹੀਂ ਹੋਈ, ਇਹ ਗੁਰੂ ਨਾਨਕ ਦੇ ਸਿਧਾਂਤ, ਗੁਰੂ ਨਾਨਕ ਦੀ ਵਿਚਾਰਧਾਰਾ ਦੀ ਇੰਸਪੀਰੇਸ਼ਨ ਨਾਲ ਇਹ ਸਾਰੀ ਚੀਜ਼ ਆਪ ਮਹਾਂਦਰੇ ਚੱਲ ਰਹੀ ਹੈ, ਆਪਣੇ ਆਪ ਦੇ ਤੌਰ 'ਤੇ ਹੀ ਚੱਲੀ ਜਾ ਰਹੀ ਹੈ। ਔਰ ਇਹ ਐਡਾ ਬੜਾ ਉਭਾਰ ਹੈ, ਐਡੀ ਬੜੀ ਮਾਸ ਅਪਸਰਜ ਹੈ ਜਿਹੜੀ ਦੁਨੀਆ ਦੇ ਇਤਿਹਾਸ ਦੇ ਵਿੱਚ ਪਹਿਲਾਂ ਕਦੇ ਹੋਈ ਨਹੀਂ। ਇਹ ਗੱਲ ਆਮ ਲੋਕ ਕਹਿ ਦਿੰਦੇ ਆ, ਉੱਥੇ ਬੈਠੇ ਕਿਸਾਨ ਅੰਦੋਲਨ ਦੇ ਵਿੱਚ ਵੀ ਉੱਥੇ ਬਾਰਡਰ 'ਤੇ ਬੈਠੇ ਗੱਲਾਂ ਕਹੀ ਜਾਂਦੇ ਆ ਵੀ ਹਿੰਦੁਸਤਾਨ ਦੀ ਤਾਂ ਗੱਲ ਤੁਸੀਂ ਛੱਡ ਦਿਓ, ਦੁਨੀਆ ਦੇ ਇਤਿਹਾਸ ਦੇ ਵਿੱਚ ਕਿਸੇ ਵੇਲੇ ਵੀ ਇਸ ਕਿਸਮ ਦੀ ਜਿਹੜੀ ਘਟਨਾ ਨਹੀਂ ਵਾਪਰੀ ਕਿ ਐਡੀ ਵੱਡੀ ਗਿਣਤੀ ਦੇ ਵਿੱਚ ਜਿਹੜੇ ਕਿਸਾਨ ਇਕੱਠੇ ਹੋ ਕੇ ਆਪਣੇ ਹੱਕਾਂ ਲਈ ਔਰ ਜਿਹੜਾ ਉਹਨਾਂ ਦੇ ਹੱਕਾਂ ਨੂੰ ਮਾਰ ਰਿਹਾ ਉਸ ਦੇ ਵਿਰੋਧ 'ਚ ਖੜੇ ਹੋ ਕੇ ਪੀਸਫੁਲੀ, ਨਾਨ ਵਾਇਲੈਂਟਲੀ, ਬਲੱਡਲੈਸ ਰੈਵੋਲੂਸ਼ਨ ਮੈਂ ਸਮਝਦਾ ਇਹ ਹੈ ਦੁਨੀਆ ਦੇ ਇਤਿਹਾਸ ਦੇ ਵਿੱਚ ਲਿਖਿਆ ਜਾਏਗਾ ਜਦ ਇਤਿਹਾਸਕਾਰ ਇਸ ਦੀ ਅਸੈਸਮੈਂਟ ਕਰਨਗੇ। ਔਰ ਅੱਜ ਵੀ ਜਿਹੜੇ ਇਤਿਹਾਸਕਾਰ ਆ, ਜਿਹੜੇ ਕੰਟੈਂਪਰੇਰੀ ਪੀਰੀਅਡ ਨੂੰ ਅਸੈਸ ਕਰਦੇ ਆ, ਜਿਨ੍ਹਾਂ ਦੀ ਸਟੱਡੀ ਹਿਸਟੋਰੀਓਗ੍ਰਾਫੀ ਕੰਟੈਂਪਰੇਰੀ ਈਵੈਂਟਸ 'ਤੇ ਹੁੰਦੀ ਆ, ਉਹ ਹੈਰਾਨ ਹਨ ਕਿ ਹੋ ਕੀ ਰਿਹਾ। ਹੁਣ ਆਪਾਂ ਜੇ ਫ੍ਰੈਂਚ ਰੈਵੋਲੂਸ਼ਨ ਦੀ ਗੱਲ ਕਰੀਏ ਤਾਂ ਫ੍ਰੈਂਚ ਰੈਵੋਲੂਸ਼ਨ ਦੇ ਵਿੱਚ ਲੋਕਾਂ ਨੂੰ, ਸ਼ਹਿਰੀ ਲੋਕਾਂ ਨੂੰ ਭੁੱਖਮਰੀ ਸੀ। ਉਹ ਸਾਰਾ ਫ੍ਰੈਂਚ ਰੈਵੋਲੂਸ਼ਨ ਜਿਹੜਾ ਕਨਫਾਈਨਡ ਰਿਹਾ ਪੈਰਿਸ ਦੇ ਵਿੱਚ, ਪੈਰਿਸ ਤੋਂ ਬਾਹਰ ਜਿਹੜਾ ਸੀ ਕਿਸੇ ਕਿਸਮ ਦੀ ਉਹ ਲੋਕ ਪ੍ਰਭਾਵਿਤ ਨਹੀਂ ਹੋਏ ਫ੍ਰੈਂਚ ਰੈਵੋਲੂਸ਼ਨ ਤੋਂ। ਉਹ ਲੋਕ ਜਿਹੜੇ ਸੀ, ਉਹ ਜਿਹੜਾ ਸੀ ਐਂਪਰਰ ਉਸ ਦੇ ਹੱਕ ਵਿੱਚ ਭੁਗਤਦੇ ਰਹੇ ਆ। ਲੇਕਿਨ ਇੱਥੇ ਗੱਲ ਬਿਲਕੁਲ ਉਲਟੀ ਆ। ਇੱਥੇ ਪਿੰਡਾਂ ਦੇ ਵਿੱਚ, ਛੋਟੇ ਕਸਬਿਆਂ ਦੇ ਵਿੱਚ ਜਿਹੜੇ ਖੇਤੀ ਨਾਲ ਜੁੜੇ ਹੋਏ ਲੋਕ ਆ, ਚਾਹੇ ਸਿੱਧੇ ਤੌਰ 'ਤੇ ਚਾਹੇ ਅਸਿੱਧੇ ਤੌਰ ਦੇ ਉੱਤੇ, ਉਹ ਪ੍ਰਭਾਵਿਤ ਹੋਏ ਵੇ ਆ। ਸ਼ਹਿਰੀ ਲੋਕ ਪ੍ਰਭਾਵਿਤ ਨਹੀਂ ਹੋਏ ਵੇ। ਔਰ ਇਹ ਗੱਲ ਆਪਣੇ ਆਪ ਦੇ ਵਿੱਚ ਐਂਟੀਥੀਸਿਸ ਹੈ ਫ੍ਰੈਂਚ ਰੈਵੋਲੂਸ਼ਨ ਦਾ। ਤਾਂ ਫ੍ਰੈਂਚ ਰੈਵੋਲੂਸ਼ਨ ਦੇ ਜਿਹੜੇ ਸਲੋਗਨਸ ਕੀ ਸੀ? ਲਿਬਰਟੀ, ਇਕੁਐਲਿਟੀ, ਫੈਟਰਨਿਟੀ। ਤੋ ਇਸੇ ਤਰੀਕੇ ਨਾਲ ਉੱਥੇ ਜਿਹੜਾ ਐਂਪਰਰ ਸੀ ਲੂਈ XIV ਦੀ ਵਾਈਫ ਸੀ ਮੈਰੀ ਐਂਟੋਨੇਟੇ। ਉਹ ਵੀ ਜਿਸ ਤਰ੍ਹਾਂ ਮੋਦੀ ਸਾਹਿਬ ਬਹੁਤ ਮਹਿੰਗੀਆਂ ਪੁਸ਼ਾਕਾਂ ਪਾਉਂਦੇ ਆ ਨਾ, ਇਸੇ ਕਿਸਮ ਦੀ ਲੱਟ ਉਸ ਮੈਰੀ ਐਂਟੋਨੇਟੇ ਨੂੰ ਵੀ ਸੀ। ਉਹ 80,000 ਫਰੈਂਕ ਦੀ, 80,000 ਫਰੈਂਕ ਜਿਹੜਾ ਉਹਨਾਂ ਦਾ ਸਿੱਕਾ ਹੈ, ਉਸ ਦੀ ਇੱਕ ਪੁਸ਼ਾਕ ਬਣਾ ਕੇ ਪਹਿਨਿਆ ਕਰਦੀ ਸੀ, ਜਿਸ ਤਰ੍ਹਾਂ ਮੋਦੀ ਸਾਹਿਬ 10 ਲੱਖ ਦਾ ਸੂਟ ਪਹਿਨਦੇ ਆ। ਔਰ ਇਸੇ ਤਰੀਕੇ ਦੇ ਨਾਲ ਜਿਹੜਾ ਲੂਈ XIV ਸੀ, ਉਹ ਇਹ ਕਿਹਾ ਕਰਦਾ ਸੀ ਕਿ ਆਈ ਐਮ ਦੀ ਸਟੇਟ, ਆਈ ਐਮ ਦੀ ਰਿਪਰੈਜ਼ੈਂਟੇਟਿਵ ਆਫ ਗੋਡ ਔਨ ਅਰਥ। ਤੋ ਇਸੇ ਕਿਸਮ ਦੀ ਹਉਮੈ ਜਿਸ ਕਿਸਮ ਦੀ ਮੋਦੀ ਸਾਹਿਬ ਦੀ ਆ, ਕਿਸ ਕਿਸਮ ਦਾ ਮੋਦੀ ਸਾਹਿਬ ਦਾ ਬਿਹੇਵੀਅਰ ਆ, ਔਰ ਉਹ ਟੋਟਲੀ ਡੀਲਿੰਕਡ ਸੀ। ਜਿਹੜਾ ਲੂਈ XIV ਸੀ ਉਸ ਦਾ ਮਾਸਿਸ ਦੇ ਨਾਲੋਂ ਬਿਲਕੁਲ ਟੁੱਟ ਚੁੱਕਿਆ ਸੀ। ਇੱਥੋਂ ਤੱਕ ਹਾਲਤ ਸੀ ਕਿ ਵਰਸੇਲਸ ਦਾ ਜਿਹੜਾ ਉਹਨਾਂ ਦਾ ਕਿਲ੍ਹਾ ਹੈ ਉਹਦੇ ਵਿੱਚ ਪੈਰਿਸ ਦੇ ਨੇੜੇ, ਤਾਂ ਉਸ ਦੇ ਵਿੱਚ ਲੋਕ ਮੁਜ਼ਾਹਰਾ ਕਰ ਰਹੇ ਸੀ ਜਿਸ ਤਰ੍ਹਾਂ ਵਿਚਾਰੇ ਕਿਸਾਨ ਮੁਜ਼ਾਹਰਾ ਕਰ ਰਹੇ ਆ ਉੱਥੇ ਦਿੱਲੀ ਦੇ ਆਲੇ ਦੁਆਲੇ ਹੋਰ ਜਗ੍ਹਾ ਦੇ ਉੱਤੇ ਬੈਠੇ ਵਿਚਾਰੇ।
ਤਾਂ ਉਹ ਮੁਜ਼ਾਹਰਾ ਕਰਦੇ ਕਰਦੇ ਉੱਥੇ ਨਾਅਰੇ ਲਾ ਰਹੇ ਸੀ। ਤਾਂ ਮੈਰੀਆ ਐਂਟੋਨੇਟ ਨੇ ਉਸ ਦੀ ਉੱਚੀ ਦੀਵਾਰ 'ਤੇ ਖੜੇ ਹੋ ਕੇ ਦੇਖਿਆ ਔਰ ਉਹ ਆਪਣੇ ਕੋਰਟੀਅਰਸ ਨੂੰ ਪੁੱਛਣ ਲੱਗੀ ਵੀ ਕੀ ਕਹਿ ਰਹੇ ਆ, ਕੀ ਮੰਗ ਰਹੇ ਆ। ਤਾਂ ਉਹਨਾਂ ਦੇ ਕੋਰਟੀਅਰ ਨੇ ਕਿਹਾ ਮੈਡਮ ਇਹ ਬ੍ਰੈਡ ਮੰਗ ਰਹੇ ਆ। ਉਹ ਕਹਿੰਦੀ ਬ੍ਰੈਡ ਨਹੀਂ ਤਾਂ ਕੇਕ ਖਾ ਲੈਣ, ਬ੍ਰੈਡ ਨਹੀਂ ਤਾਂ ਬਿਸਕਿਟ ਖਾ ਲੈਣ। ਉਸ ਨੂੰ ਇਸ ਗੱਲ ਦਾ ਅਹਿਸਾਸ ਹੀ ਨਹੀਂ ਸੀ ਕੁਈਨ ਨੂੰ ਕਿ ਜਿਹੜੇ ਗਰੀਬ ਲੋਕਾਂ ਨੂੰ ਰੋਟੀ ਨਹੀਂ ਮਿਲਦੀ ਔਰ ਉਹਨਾਂ ਨੂੰ ਤੂੰ ਕਹਿ ਰਹੀ ਆ ਬ੍ਰੈਡ, ਉਹਨਾਂ ਨੂੰ ਤੂੰ ਕਹਿ ਰਹੀ ਆ ਬ੍ਰੈਡ ਖਾ ਲੈਣ, ਕੇਕ ਖਾ ਲੈਣ ਜਾਂ ਦੂਸਰੇ ਪਾਸੇ ਬਿਸਕੁਟ ਖਾ ਲੈਣ। ਤਾਂ ਇਸ ਕਿਸਮ ਦੀ ਜਿਹੜੀ ਉਹਨਾਂ ਦੀ ਮਾਨਸਿਕਤਾ ਸੀ ਐਂਪਰਰਸ ਦੀ, ਰੂਲਰਸ ਦੀ, ਉਸ ਵੇਲੇ ਐਗਜ਼ੈਕਟਲੀ ਉਸੇ ਕਿਸਮ ਦੀ ਜਿਹੜੀ ਮਾਨਸਿਕਤਾ ਹੈ ਅੱਜ ਦੇ ਰੂਲਰਸ ਦੀ ਵੀ ਆ ਜਿਹੜੇ ਹਿੰਦੁਸਤਾਨ ਨੂੰ ਰਾਜ ਕਰ ਰਹੇ ਹਿੰਦੁਸਤਾਨ ਦੇ ਉੱਤੇ। ਕਿਸ ਤਰ੍ਹਾਂ ਐਗਰੀਕਲਚਰ ਮਿਨਿਸਟਰ ਨੇ ਕੁਝ ਦਿਨ ਪਹਿਲਾਂ ਇੱਕ ਸਟੇਟਮੈਂਟ ਦਿੱਤੀ, ਤੋਮਰ ਸਾਹਿਬ ਨੇ ਕੀ ਸਟੇਟਮੈਂਟ ਦਿੱਤੀ? ਉਹਨਾਂ ਨੇ ਇਹ ਗੱਲ ਕਹੀ ਕਿ ਕੋਈ ਵੀ ਬੰਦਾ ਜੇ ਕਿਸੇ ਕਿਸਮ ਦਾ ਸਲੋਗਨ ਅੰਬਾਨੀਆਂ ਤੇ ਅਡਾਨੀਆਂ ਦੇ ਖਿਲਾਫ ਲਾਉਂਦਾ ਉਹ ਨਹੀਂ ਉਹਨਾਂ ਨੂੰ ਲਾਉਣਾ ਚਾਹੀਦੇ। ਅਡਾਨੀਆਂ ਅੰਬਾਨੀਆਂ ਦੇ ਖਿਲਾਫ ਸਲੋਗਨ ਉਠਾਉਣ ਦੇ ਇਤਨੀ ਚਿੰਤਾ ਤੇ ਇਤਨੀ ਤਕਲੀਫ ਦਿੱਲੀ ਦੇ ਰੂਲਰਸ ਨੂੰ ਹੋਈ ਆ ਕਿ ਉਹਨਾਂ ਨੇ ਇਹ ਸਟੇਟਮੈਂਟ ਦਿੱਤੀ ਹੈ। ਮੈਂ ਹੈਰਾਨ ਆ ਇਸ ਗੱਲ ਦੇ ਉੱਤੇ। ਜੇ ਲੋਕ ਦੁਖੀ ਹੋ ਕੇ, ਦੇ ਲੋਕ ਪਰੇਸ਼ਾਨ ਹੋ ਕੇ ਅੰਬਾਨੀਆਂ ਅਡਾਨੀਆਂ ਦੀਆਂ ਪਾਲਿਸੀਜ਼ ਤੋਂ ਇਸ ਕਿਸਮ ਦੀਆਂ ਸਲੋਗਨਸ ਉਠਾਉਂਦੇ ਆ ਤਾਂ ਤਕਲੀਫ ਤਾਂ ਤੋਮਰ ਸਾਹਿਬ ਨੂੰ ਕਿਉਂ ਹੋਗੀ ਬਾਈ? ਤੋ ਇਹ ਗੱਲ ਸਿੱਧੇ ਤੌਰ ਦੇ ਉੱਤੇ ਦਰਸਾਈ ਜਾ ਰਹੀ ਹੈ। ਤਾਂ ਹੋਇਆ ਕੀ ਫ੍ਰੈਂਚ ਰੈਵੋਲੂਸ਼ਨ ਦੇ ਵਿੱਚ? ਫ੍ਰੈਂਚ ਰੈਵੋਲੂਸ਼ਨ ਦੇ ਜਿਹੜੇ ਬਹੁਤ ਹੀ ਖੂਬਸੂਰਤ ਸਲੋਗਨ ਸੀ ਲਿਬਰਟੀ, ਇਕੁਐਲਿਟੀ, ਫਰੈਟਰਨਿਟੀ, ਤਾਂ ਉਹਦੇ ਵਿੱਚੋਂ ਨਿਕਲਿਆ ਕੀ? ਉਹਦੇ ਵਿੱਚੋਂ ਨੈਪੋਲੀਅਨ ਨਿਕਲਿਆ। ਇਹ ਆਮ ਇੱਕ ਬਹੁਤ ਬੜੀ ਇਤਿਹਾਸ ਦੇ ਪੰਨਿਆਂ ਦੀ ਇੱਕ ਬਹੁਤ ਬੜੀ ਇੱਕ ਤਰ੍ਹਾਂ ਦੀ ਕਹਾਵਤ ਆ ਕਿ ਨੈਪੋਲੀਅਨ ਵਾਜ਼ ਦ ਚਾਈਲਡ ਆਫ ਰੈਵੋਲੂਸ਼ਨ ਹੂ ਕਿਲਡ ਹਿਜ਼ ਓਨ ਮਦਰ। ਉਹਦੀ ਜਿਹੜੀ ਬਾਈ ਪ੍ਰੋਡਕਟ ਸੀ ਉਸ ਰੈਵੋਲੂਸ਼ਨ ਦੀ ਉਹ ਨੈਪੋਲੀਅਨ ਸੀ, ਉਹਦਾ ਆਊਟਕਮ ਸੀ ਨੈਪੋਲੀਅਨ ਸੀ। ਮੋਸਟ ਆਟੋਕ੍ਰੈਟਿਕ ਰੂਲਰ ਜਿਸ ਤਰ੍ਹਾਂ ਦੇ ਮੋਦੀ ਸਾਹਿਬ ਅੱਜ, ਔਰ ਇਸੇ ਤਰੀਕੇ ਦੇ ਨਾਲ ਅਥੋਰੀਟੇਰੀਅਨ, ਟੋਟਲ ਅਥੋਰੀਟੇਰੀਅਨ, ਹਰ ਕਿਸਮ ਦੀ ਤਾਕਤ, ਹਰ ਕਿਸਮ ਦਾ ਜੋ ਵੀ ਚੀਜ਼ ਸੀ ਸਰਕਾਰ ਦੀ, ਸਟੇਟ ਦੀ, ਉਹਨੇ ਆਪਣੇ ਹੱਥ ਵਿੱਚ ਕੰਟਰੋਲ ਕਰ ਲਈ। ਤਾਂ ਇਹ ਗੱਲ ਬੜੀ ਮਤਲਬ ਅਜੀਬੋ ਗਰੀਬ ਹੋਈ। ਕਿੱਡੇ ਸੇਕਰਡ ਸਲੋਗਨ, ਔਰ ਨਿਕਲਿਆ ਉਸ ਦੇ ਵਿੱਚੋਂ ਨੈਪੋਲੀਅਨ। ਔਰ ਨੈਪੋਲੀਅਨ ਨੇ ਜੋ ਕੰਮ ਕੀਤਾ ਉਹ ਟੋਟਲੀ ਐਂਟੀਥੀਸਿਸ ਆਫ ਦੀ ਸਲੋਗਨਸ ਆਫ ਫ੍ਰੈਂਚ ਰੈਵੋਲੂਸ਼ਨ। ਬਲੱਡ, ਬਹੁਤ ਜ਼ਿਆਦਾ ਖੂਨ ਖਰਾਬਾ ਹੋਇਆ। ਜਿਹੜਾ ਐਂਪਰਰ ਸੀ ਉਸ ਨੂੰ ਮਾਰਿਆ, ਗਿਲੋਟਿਨ ਕੀਤਾ ਗਿਆ। ਜਿਹੜੀ ਮੈਰੀ ਐਂਟੋਨੇਟ ਸੀ ਉਹਨੂੰ ਵੀ ਗਿਲੋਟਿਨ ਕੀਤਾ ਗਿਆ। ਤਾਂ ਇਸ ਬਹੁਤ ਜ਼ਿਆਦਾ ਖੂਨ ਖਰਾਬਾ ਹੋਣ ਦੇ ਬਾਵਜੂਦ ਵੀ ਉਸ ਦੇ ਜਿਹੜੇ ਰਿਜ਼ਲਟ, ਉਸ ਦੇ ਜਿਹੜੇ ਨਤੀਜੇ ਨਿਕਲੇ ਉਹ ਆ ਨਿਕਲੇ। ਨੈਪੋਲੀਅਨ ਨੇ ਉਸ ਕਿਸਮ ਦਾ ਰੂਲ ਫਰਾਂਸ ਦੇ ਵਿੱਚ ਇੰਟਰੋਡਿਊਸ ਕੀਤਾ ਜਿਹੜਾ ਕਿ ਟੋਟਲੀ ਅਥੋਰੀਟੇਰੀਅਨ ਸੀ, ਟੋਟਲੀ ਸਾਰੀਆਂ ਤਾਕਤਾਂ ਸਟੇਟ ਦੀਆਂ ਆਪਣੇ ਹੱਥ ਦੇ ਵਿੱਚ, ਆਪਣੇ ਕੰਟਰੋਲ 'ਚ ਰੱਖੀਆਂ ਹੋਈਆਂ, ਜਿਸ ਤਰ੍ਹਾਂ ਮੋਦੀ ਸਾਹਿਬ ਨੇ ਹੁਣ ਰੱਖੀਆਂ ਹੋਈਆਂ। ਤੋ ਦੂਸਰੇ ਪਾਸੇ ਜੇ ਆਪਾਂ ਚੱਲੀਏ ਰਸ਼ੀਅਨ ਰੈਵੋਲੂਸ਼ਨ ਦੀ ਗੱਲ ਕਰੀਏ, ਇਹ 1789 ਦੇ ਵਿੱਚ ਹੋਇਆ, 1917 ਵਿੱਚ ਹੋਇਆ ਉਹ ਜਿਹੜਾ ਰਸ਼ੀਅਨ ਰੈਵੋਲੂਸ਼ਨ। ਤਾਂ ਉਸ ਜਿਹੜਾ ਰੈਵੋਲੂਸ਼ਨ ਸੀ ਉਹ ਪ੍ਰੋਲੀਟੇਰੀਅਨ ਨੂੰ, ਸਟੇਟ ਨੂੰ ਖਤਮ ਕਰਨ ਦਾ ਐਫਰਟ ਸੀ ਕਿ ਇੱਕ ਐਸੀ ਐਸਟੈਬਲਿਸ਼ਮੈਂਟ ਬਣਾ ਦਈਏ ਜਿਹੜੀ ਟੋਟਲੀ ਸਟੇਟਲੈਸ ਹੋਵੇ, ਜਿਸ ਦੇ ਵਿੱਚ ਸਟੇਟ ਐਗਜ਼ਿਸਟ ਹੀ ਨਾ ਕਰੇ। ਕਿਉਂਕਿ ਇਹ ਸਮਝਿਆ ਜਾਂਦਾ ਕਿ ਜਿਹੜੀ ਸਟੇਟ ਆ ਉਹ ਕਰੂਅਲ ਆ, ਸਟੇਟ ਅਥੋਰੀਟੇਰੀਅਨ ਆ, ਸਟੇਟ ਰਿਪਰੈਸਿਵ ਆ, ਸਟੇਟ ਲੋਕਾਂ ਤੇ ਜ਼ੁਲਮੋ ਸਿਤਮ ਕਰਦੀ ਆ ਸਟੇਟ ਦੇ ਨਾਂ ਦੇ। ਜਿਸ ਤਰ੍ਹਾਂ ਹੁਣ ਹਿੰਦੁਸਤਾਨ ਦੇ ਵਿੱਚ ਵੀ ਹੋ ਰਿਹਾ, ਭਾਰਤ ਮਾਤਾ ਦੇ ਨਾਂ ਦੇ ਉੱਤੇ ਜ਼ੁਲਮੋ ਸਿਤਮ ਹੋ ਰਿਹਾ ਚਾਰੇ ਪਾਸੇ। ਔਰ ਭਾਰਤ ਮਾਤਾ ਦੀ ਯੂਨਿਟੀ ਤੇ ਇੰਟੈਗਰਿਟੀ ਤੇ ਲੋਕਾਂ ਦਾ ਕਤਲੋਗਰਦ ਕੀਤਾ ਜਾ ਰਿਹਾ, ਲੋਕਾਂ ਨੂੰ ਕੈਦਾਂ ਵਿੱਚ ਸਿੱਟਿਆ ਜਾ ਰਿਹਾ। ਤੋ ਮਾਰਕਸ ਦਾ ਇਹ ਕਨਸੈਪਟ ਸੀ, ਕਾਰਲ ਮਾਰਕਸ ਦਾ, ਕਿ ਜਦੋਂ ਪ੍ਰੋਲੀਟੇਰੀਅਟ ਲੋਕਾਂ ਦੇ ਕੋਲ, ਮਜ਼ਦੂਰਾਂ ਦੇ ਕੋਲ ਤਾਕਤ ਆਏਗੀ ਤਾਂ ਸਟੇਟ ਵਿਦਰ ਕਰ ਜਾਏਗੀ, ਸਟੇਟ ਖਤਮ ਹੋ ਜਾਏਗੀ। ਪਰ ਹੋਇਆ ਕੀ? ਜਦੋਂ ਰੈਵੋਲੂਸ਼ਨ ਦਾ ਆਊਟਕਮ ਹੋਇਆ, ਬਹੁਤ ਬੜੇ ਖੂਨ ਖਰਾਬੇ ਤੋਂ ਬਾਅਦ ਲੱਖਾਂ ਲੋਕਾਂ ਦਾ ਕਤਲੋਗਾਰਤ ਕਰਤਾ, ਤਾਂ ਸਟੇਟ ਜਿਹੜੀ ਸੀ ਉਹ ਓਮਨੀਪੋਟੈਂਟ ਹੋ ਗਈ, ਜ਼ਿਆਦਾ ਪਾਵਰਫੁਲ ਹੋ ਗਈ, ਜ਼ਿਆਦਾ ਤਾਕਤਵਰ ਹੋ ਗਈ, ਜ਼ਿਆਦਾ ਜ਼ਾਲਮ ਹੋ ਗਈ, ਜ਼ਿਆਦਾ ਕਰੂਅਲ ਹੋ ਗਈ। ਔਰ ਉਹਨਾਂ ਨੇ ਜੋ ਕਰੂਅਲਟੀਜ਼ ਕੀਤੀਆਂ ਉਹ ਦੁਨੀਆ ਦੇ ਇਤਿਹਾਸ ਦੇ ਵਿੱਚ ਅਨਪ੍ਰੈਸੀਡੈਂਟਡ ਆ।
ਲੈਨਿਨ ਤੇ ਸਟਾਲਿਨ ਨੇ ਘੱਟ ਤੋਂ ਘੱਟ 10 ਲੱਖ ਬੰਦੇ ਮਾਰੇ ਉਸ ਮੁਲਕ ਦੇ ਔਨ ਦੀ ਨੇਮ ਆਫ ਯੂਨਿਟੀ ਐਂਡ ਇੰਟੈਗ੍ਰਿਟੀ ਆਫ ਦਾ ਰਸ਼ੀਅਨ ਜਿਹੜਾ ਰੈਵੋਲੂਸ਼ਨ ਦੇ ਉੱਤੇ। ਤੋ ਇਹ ਆਊਟਕਮ ਹੈ। ਇਸੇ ਤਰੀਕੇ ਦੇ ਨਾਲ ਤੁਸੀਂ ਲੈ ਲਓ ਜਿਹੜਾ ਚਾਈਨਾ ਦਾ ਰੈਵੋਲੂਸ਼ਨ ਆ, ਉਸ ਦੇ ਵਿੱਚ ਵੀ ਕਿਸਾਨਾਂ ਦੇ ਉੱਤੇ ਜੋ ਜ਼ੁਲਮੋ ਸਿਤਮ ਹੋਇਆ ਉਹ ਬੇਮਿਸਾਲਾ ਦੁਨੀਆ ਦੇ ਇਤਿਹਾਸ ਦੇ ਵਿੱਚ। ਲੱਖਾਂ ਕਿਸਾਨ ਮੁਆਜ਼ੇ ਤੁੰਗ ਨੇ ਮਤਲਬ ਕਤਲ ਕਰਕੇ ਸਿੱਟ ਦਿੱਤੇ। ਔਰ ਰੈਵੋਲੂਸ਼ਨ ਕਿਹੜਾ ਆਇਆ, ਐਸੀ ਸਟੇਟ ਦੀ ਤਾਕਤ, ਐਸਾ ਸਟੇਟ ਦੇ ਉੱਤੇ ਆਇਰਨ ਕਰਟਨ ਕਿ ਕੋਈ ਗੱਲ ਬਾਹਰ ਨਹੀਂ ਜਾ ਸਕਦੀ, ਕੋਈ ਗੱਲ ਅੰਦਰ ਨਹੀਂ ਜਾ ਸਕਦੀ। ਪਤਾ ਹੀ ਨਹੀਂ ਦੁਨੀਆ ਨੂੰ, ਬਾਹਰਲੀ ਦੁਨੀਆ ਨੂੰ ਕਿ ਚਾਈਨਾ 'ਚ ਕੀ ਹੋ ਰਿਹਾ ਹੈ। ਇਸੇ ਤਰੀਕੇ ਨਾਲ ਜੇ ਉਸ ਤੋਂ ਪਹਿਲਾਂ ਦੇਖੀਏ ਜਿਹੜਾ ਅਮਰੀਕਨ ਰੈਵੋਲੂਸ਼ਨ ਆ, ਜਾਰਜ ਵਾਸ਼ਿੰਗਟਨ ਨੇ ਲੀਡ ਕੀਤਾ ਜਿਹੜਾ ਉੱਥੇ ਦਾ ਰੈਵੋਲੂਸ਼ਨ ਸੀ। ਔਰ ਜਾਰਜ ਵਾਸ਼ਿੰਗਟਨ ਨੇ ਆਪਣੇ ਘਰ ਦੇ ਵਿੱਚ, ਆਪਣੇ ਖੇਤਾਂ ਦੇ ਵਿੱਚ, ਆਪਣੇ ਫਾਰਮਾਂ ਦੇ ਉੱਤੇ ਕਾਲੇ ਸਲੇਵ ਰੱਖੇ ਹੋਏ ਸੀ। ਅੱਜ ਵੀ ਜਿਹੜੇ ਕਾਲੇ ਸਲੇਵ ਆ ਉਹ ਵਾਸ਼ਿੰਗਟਨ ਦਾ ਜਿਹੜਾ ਜਾਰਜ ਵਾਸ਼ਿੰਗਟਨ ਜਿਹੜਾ ਫਾਊਂਡਰ ਆਫ ਦੀ ਅਮਰੀਕਨ ਰੈਵੋਲੂਸ਼ਨ ਆ, ਉਸ ਦਾ ਨਾਂ ਨਹੀਂ ਲੈਣਾ ਚਾਹੁੰਦੇ ਕਿਉਂਕਿ ਉਸ ਰੈਵੋਲੂਸ਼ਨ ਨੇ ਕੀ ਜਨਮ ਦਿੱਤਾ, ਰੇਸਿਜ਼ਮ, ਜਿਸ ਦੇ ਵਿੱਚ ਗੋਰਿਆਂ ਦੇ ਮਨਾਂ ਦੇ ਵਿੱਚ ਕਾਲਿਆਂ ਲਈ ਬਹੁਤ ਜ਼ਿਆਦਾ ਨਫ਼ਰਤ ਪੈਦਾ ਕਰ ਦਿੱਤੀ ਕਿ ਕਾਲੇ ਤਾਂ ਇਨਸਾਨ ਹੀ ਨਹੀਂ। ਇੱਥੇ ਮੈਂ ਖਾਸ ਤੌਰ ਤੇ ਦੱਸਣਾ ਚਾਹੁੰਦਾ, ਇਸ ਕਿਸਮ ਦੀ ਕਾਲਿਆਂ ਦੀ ਵਿਚਾਰਿਆਂ ਦੀ ਦੁਰਦਸ਼ਾ ਸੀ ਜਿਸ ਕਿਸਮ ਦੀ ਦਲਿਤ ਵਰਗ ਦੀ ਅੱਜ ਵੀ ਹੈ ਔਰ ਪਹਿਲਾਂ ਵੀ ਸੀ ਹਿੰਦੁਸਤਾਨ ਦੇ ਵਿੱਚ। ਤੋ ਉਸ ਦੇ ਉੱਤੇ ਵੀ ਆਵਾਜ਼ ਬੁਲੰਦ ਕਿਸ ਨੇ ਕੀਤੀ? ਗੁਰੂ ਨਾਨਕ ਮਹਾਰਾਜ ਨੇ ਕੀਤੀ। ਵਰਨ ਆਸ਼ਰਮ ਧਰਮ ਦੇ ਖਿਲਾਫ ਆਵਾਜ਼ ਬੁਲੰਦ ਕੀਤੀ ਗੁਰੂ ਨਾਨਕ ਦੇਵ ਮਹਾਰਾਜ ਨੇ। ਔਰ ਆਪਣਾ ਜਿਹੜਾ ਰੈਵੋਲੂਸ਼ਨ ਆ ਉਸ ਦੀਆਂ ਨੀਹਾਂ ਦੇ ਉੱਤੇ ਰੱਖਿਆ ਗਿਆ ਕਿ ਇਹਨਾਂ ਲੋਕਾਂ ਦੇ ਨਾਲ ਬੇਇਨਸਾਫੀ ਹੋਈ ਆ, ਔਰਤਾਂ ਦੇ ਨਾਲ ਬੇਇਨਸਾਫੀ ਹੋਈ ਆ। ਤੋ ਇੱਕ ਇਸ ਕਿਸਮ ਦੀ ਸਟਰਗਲ ਹੋਣੀ ਚਾਹੀਦੀ ਆ ਕਿ ਸਾਰੀ ਸਟੇਟ ਦੇ ਸਾਧਨ, ਸਾਰੀ ਸਟੇਟ ਦੀ ਤਾਕਤ ਆ ਜਿਹੜੀ ਇਹਨਾਂ ਲੋਕਾਂ ਕੋਲ ਗਰੀਬਾਂ ਦੀ ਲਿਬਰੇਸ਼ਨ ਦਾ ਮੂਵਮੈਂਟ ਸੀ। ਗਰੀਬਾਂ ਨੂੰ ਕਿਸ ਤਰੀਕੇ ਨਾਲ ਲਿਬਰੇਟ ਕਰਨਾ, ਕਿਸ ਤਰੀਕੇ ਨਾਲ ਉਹਨਾਂ ਨੂੰ ਬ੍ਰਾਹਮਣਾਂ ਦੇ ਜਾਲਾਂ ਦੇ ਵਿੱਚੋਂ, ਪੰਜਿਆਂ ਦੇ ਵਿੱਚੋਂ ਲਿਬਰੇਟ ਕਰਕੇ ਉਹਨਾਂ ਨੂੰ ਇਕੁਐਲਿਟੀ ਦਾ ਅਹਿਸਾਸ ਕਰਾਉਣਾ। ਤੋ ਇਹੀ ਚੀਜ਼ ਜਿਹੜੀ ਜਾਰਜ ਵਾਸ਼ਿੰਗਟਨ ਨੇ ਕੀਤੀ ਔਰ ਉਹ ਅੱਜ ਤੱਕ ਪਰਕੋਲੇਟ ਕਰ ਰਹੀ ਆ ਉਸ ਮੁਲਕ ਦੇ ਸਿਸਟਮ ਦੇ ਵਿੱਚ। ਕਾਲਿਆਂ ਦੇ ਨਾਲ ਹੁਣ ਵੀ ਦੇਖੋ ਕਿੰਨੇ ਜ਼ੁਲਮੋ ਸਿਤਮ ਹੋਏ ਆ, ਕਿੰਨੇ ਜਿਹੜੇ ਖੂਨ, ਜਿੰਨਾ ਵੀ ਜਿਹੜੇ ਐਨਕਾਊਂਟਰ ਹੁੰਦੇ ਆ ਪੁਲਿਸ ਦੇ, ਮੈਕਸੀਮਮ ਕਾਲਿਆਂ ਦੇ ਹੁੰਦੇ ਆ, ਗੋਰਿਆਂ ਦੇ ਨਹੀਂ ਹੁੰਦੇ ਕਿਉਂਕਿ ਮੈਜੋਰਿਟੀ ਆਫ ਦੀ ਪੁਲਿਸ ਇਨ ਅਮਰੀਕਾ ਆਰ ਦੀ ਵਾਈਟ ਪੀਪਲ। ਤੋ ਅੱਜ ਇਹ ਗੱਲ ਜਿਹੜੀ ਹੋ ਰਹੀ ਆ ਇਹ ਬਹੁਤ ਬੜਾ ਇੱਕ ਰੈਵੋਲੂਸ਼ਨ ਹੈ। ਔਰ ਉਸ ਰੈਵੋਲੂਸ਼ਨ ਦੇ ਜਿਹੜੇ ਸੀਡਸ ਹੈਗੇ ਆ, ਉਸ ਦੇ ਜਿਹੜੇ ਜੋ ਉਸ ਦੇ ਬੀਜ ਆ, ਉਹ ਗੁਰੂ ਨਾਨਕ ਦੇ ਥਾਟ ਕੰਟੈਂਟ ਦੇ ਵਿੱਚ ਆ। ਜਿਸ ਗੁਰੂ ਨਾਨਕ ਨੇ ਇਕੁਐਲਿਟੀ ਦੀ ਗੱਲ ਕੀਤੀ ਆ, ਜਿਹੜੇ ਚਾਹੇ ਤਾਂ ਕੋਈ ਰਾਜ ਕਰਨ ਵਾਲਾ ਰੂਲਰ ਆ ਉਸ ਦੇ ਖਿਲਾਫ, ਸਟੇਟ ਦੇ ਖਿਲਾਫ, ਔਰ ਜਿਹੜੀ ਇਸ ਕਿਸਮ ਦੀ ਜਿਹੜੀ ਕਾਸਟ ਇੰਸਟੀਟਿਊਸ਼ਨ ਹੈ ਜਿਸ ਦੇ ਵਿੱਚ ਦਲਿਤਾਂ ਦੇ ਖਿਲਾਫ ਜ਼ੁਲਮੋ ਸਿਤਮ ਦੇ ਸੀਡਸ ਤੇ ਉਹਨਾਂ ਦਾ ਵਿਚਾਰਿਆਂ ਦਾ ਖੂਨ ਉਹਨਾਂ ਦੀ ਵਿਚਾਰਧਾਰਾ 'ਚ ਪਿਆ ਹੋਇਆ, ਉਸ ਦੇ ਖਿਲਾਫ ਗੁਰੂ ਨਾਨਕ ਦੀ ਆਵਾਜ਼ ਹੈ। ਗੁਰੂ ਨਾਨਕ ਦਾ ਰੈਵੋਲੂਸ਼ਨ ਉਸ ਚੀਜ਼ ਦੇ ਖਿਲਾਫ ਆ। ਤੋ ਅੱਜ ਜਿਹੜਾ ਇਹ ਰੈਵੋਲੂਸ਼ਨ ਹੋ ਰਿਹਾ, ਮੈਂ ਇਹਨੂੰ ਅੰਦੋਲਨ ਨਹੀਂ ਕਹਿੰਦਾ, ਅੰਦੋਲਨ ਬਹੁਤ ਛੋਟਾ ਲਫ਼ਜ਼ ਹੈ, ਇਹ ਟੋਟਲੀ ਬਲੱਡਲੈਸ ਹੈ। ਕਿਸ ਤਰੀਕੇ, ਕਿਸ ਹੱਦ ਤੱਕ ਬਲੱਡਲੈਸ ਆ? ਜਿਨ੍ਹਾਂ ਲੋਕਾਂ ਨੇ ਉਹਨਾਂ ਤੇ ਅਥਰੂ ਗੈਸ ਦੇ ਗੋਲੇ ਸਿੱਟੇ, ਜ਼ਖਮੀ ਕੀਤਾ, ਲਾਠੀ ਚਾਰਜ ਕੀਤੀ, ਠੰਡੇ ਪਾਣੀ ਦੀਆਂ ਵਿਛਾੜਾਂ ਸਿੱਟੀਆਂ, ਉਹਨਾਂ ਨੂੰ ਵੀ ਭੋਜਨ ਛਕਾਇਆ ਜਾ ਰਿਹਾ, ਉਹਨਾਂ ਨੂੰ ਵੀ ਗੁਰੂ ਨਾਨਕ ਦਾ ਲੰਗਰ ਛਕਾਇਆ ਜਾ ਰਿਹਾ, ਉਹਨਾਂ ਨਾਲ ਕਿਸੇ ਕਿਸਮ ਦਾ ਮਤਭੇਦ ਨਹੀਂ ਕੀਤਾ ਜਾ ਰਿਹਾ ਔਰ ਉਹਨਾਂ ਨਾਲ ਰਿਐਕਸ਼ਨ ਨਹੀਂ ਕੀਤਾ ਜਾ ਰਿਹਾ ਵੀ ਉਹਨਾਂ ਦਾ ਜੇ ਉਹਨਾਂ ਨੇ ਲਾਠੀ ਮਾਰੀ ਹੈ ਤਾਂ ਲਾਠੀ ਦੇ ਵਿੱਚ ਹੀ ਜਵਾਬ ਦੇਣਾ ਸੀ। ਨਹੀਂ, ਉਹ ਕਿਸੇ ਚੀਜ਼ ਦੇ ਬੰਨੇ ਹੋਏ ਆ, ਉਹ ਕਿਸੇ ਹੁਕਮ ਦੇ ਬੰਨੇ ਹੋਏ ਆ। ਉਹ ਆਪਣੀ ਢਿੱਡ ਦੀ ਜਿਹੜੀ ਭੁੱਖ ਹੈ ਉਸ ਦੇ ਕਾਰਨ ਨੌਕਰੀ ਕਰ ਰਿਹਾ ਸਰਕਾਰ ਦੀ, ਔਰ ਸਰਕਾਰ ਦੇ ਜਿਹੜੇ ਗੰਦੇ ਹੁਕਮ ਹੈ ਉਹਨਾਂ ਦੀ ਪਾਲਣਾ ਕਰ ਰਹੇ ਆ। ਔਰ ਇਸੇ ਕਰਕੇ ਉਹ ਗੁਨਾਹਗਾਰ ਨਹੀਂ, ਗੁਨਾਹਗਾਰ ਹੁਕਮਰਾਨ ਹੈ ਜਿਸ ਦੀ ਵਿਚਾਰਧਾਰਾ ਪੋਲਿਊਟਡ ਹੈ, ਉਸ ਦੀ ਵਿਚਾਰਧਾਰਾ ਘਟੀਆ ਹੈ, ਉਸ ਦੀ ਵਿਚਾਰਧਾਰਾ ਕਿਸੇ ਕਿਸਮ ਦੀ ਨਹੀਂ ਹੈ। ਤੋ ਇਹ ਕਿਸਾਨਾਂ ਦਾ ਅੰਦੋਲਨ ਦੁਨੀਆ ਦੇ ਵਿੱਚ, ਹਰ ਦੁਨੀਆ ਦੇ ਵਰਗ ਦੇ ਵਿੱਚ, ਚਾਹੇ ਵੈਸਟਰਨ ਵਰਗ ਆਪਣੇ ਆਪ ਨੂੰ ਕਿੰਨਾ ਲਿਬਰੇਟਡ ਸਮਝੇ, ਕਿੰਨਾ ਉਹ ਗੱਲ ਹਿਊਮਨ ਰਾਈਟਸ ਦੀ ਗੱਲ ਕਰਦੇ ਰਹਿਣ, ਪਰ ਕਿਸਾਨਾਂ ਦੇ ਨਾਲ ਉਹਨਾਂ ਮੁਲਕਾਂ ਦੇ ਵਿੱਚ ਵੀ ਜੋ ਕੁਝ ਹੋ ਰਿਹਾ ਉਹ ਅਣਮਨੁੱਖੀ ਆ। ਕਿਸ ਤਰੀਕੇ ਨਾਲ ਅਮਰੀਕਾ ਦੇ ਵਿੱਚ ਸਿਰਫ 2% ਕਿਸਾਨ ਰਹਿ ਗਏ ਆ। ਜੇ ਉੱਥੇ ਦੀ ਖੁਦਕੁਸ਼ੀ ਦੇ ਨੰਬਰ ਦੇਖੀਏ
ਤਾਂ ਮੈਕਸੀਮਮ ਜਿਹੜੀਆਂ ਖੁਦਕੁਸ਼ੀਆਂ ਉੱਥੇ ਹੁੰਦੀਆਂ ਫਾਰਮਰਸ ਦੀ ਹੁੰਦੀ ਹੈ। 425 ਬਿਲੀਅਨ ਡਾਲਰ ਦਾ ਕਰਜ਼ਾ ਕਿਸਾਨਾਂ ਦੇ ਉੱਤੇ, ਜਦਕਿ ਉਹਨਾਂ ਦੀ ਸਿਰਫ ਆਬਾਦੀ ਉਸ ਮੁਲਕ ਦੇ ਵਿੱਚ 2% ਆ। तो 425 ਬਿਲੀਅਨ ਡਾਲਰ किस तरीके दे नाल जिहड़ा उस मुल्क का किसान देगा, और वो सारी जिहड़ी किसानी वर्ग आ उसनूं कुचलिया गया, उसनूं खत्म किया गया, उस दे नाल ज़ातियां कीतियां गईयां, उन्हां नूं भी कोई मुल नहीं मिलता जिस मुल की पाल MSP अज साडा किसान इन्नी ठंड दे विच उत्थे किन्नी दुख तकलीफां भोग रहा सड़कों के उत्ते। और देखो हैरानी की गल आ, किन्नी दिलचस्प गल आ, इस दुख के बावजूद भी जिन्ने उत्थे आले दुआले रहण वाले जिहड़े सबरब आ उन्हां दे विच गरीब लोग रहण वाले आ, जिथे वो बैठे आ किसान बेचारे, वो अपना लंगर उन्हां नाल शेयर करते आ, उन्हां नूं कहिंदे आ बच्चों नूं आओ खाओ। और जिहड़े उत्थे सिपाही भी बैठे आ, पुलिस भी बैठी आ, पैरामिलिटरी फोर्सिस भी बैठे आ, उन्हां नूं भी वो भोजन छका रहे, क्योंकि भोजन किसी इंडिविजुअल का नहीं है, भोजन किसी संस्था का नहीं है, भोजन गुरु नानक का है जिसने लंगर चलाया सी। 20 रुपये दिते सी पिता ने भी जाओ व्यापार करके आओ, और रस्ते विच देखिया भुखे नंगे साधु कई दिनों तो भुखे नंगे बेचारे, उन्होंने भोजन छका दिता। उही व्यापार है सब तो बड़ा, उही व्यापार है प्यार का। वर्ल्ड व्यू जो गुरु नानक का है वो लव है। जे तो प्रेम खिलन का चाओ सिर तर तली गली मेरी आओ, इत मार्ग पैर तरीजे सिर दीजे कानत कीजे। प्यार दे कलावे विच सब नूं लैणा, किसी किस्म का दुरैत नहीं करना, किसी किस्म की किसी नाल दुश्मनी नहीं रखनी, किसी किस्म का मतभेद नहीं रखना, कास्ट दे उत्ते कोई किसी किस्म का किसी नाल मतभेद नहीं हो सकता। सब नूं इक्वैलिटी, टोटल इक्वैलिटी। गुरुद्वारे च कोई जाओ, उत्थे कीर्तन सुनो, रब दा नाम लो, फिर लंगर छको। लंगर छकण दे विच किसी नूं ये नहीं पूछा जाता भी तेरी जात की आ, तेरा धर्म की आ, तेरा खिता की आ, तो किहड़ी जबान बोलदा, किहड़े इलाके विचों आया, किसी किस्म की गल पूछी नहीं जा सकती। क्यों? क्योंकि गुरु दा हुक्म है कि वो लंगर जिहड़ा है वो गुरु दे नाम दे उत्ते चल रहा। तो मतलब अज की हो रहा, इस सारी प्रक्रिया नूं खत्म करने लई मोदी साहब ने 3 काले कानून लाए। एक कानून काले नहीं, खूनी कानून है। एक कानून किसने कढ़े आ? जिहड़े रिलायंस वालियां ने कढ़े आ, अडानी ने कढ़े आ। क्यों कढ़े आ? इहदा एक कारण है, एक रीजन है उसका कि आने वाले टाइम च बड़ी जल्दी पैट्रोकैमिकल्स जिहड़ा दा सारा सिस्टम है, बिजनेस है, वो खत्म होने वाला है। सारे जिहड़े वहीकल्स होणगे दुनिया दे विच वो आधारित किस ते होणगे? बिजली दे उत्ते होणगे। और बिजली जिहड़ी होएगी वो सोलर एनर्जी होएगी, सूरज तो पैदा होने वाली बिजली होएगी। तो उस दे विच जिहड़ा जिस तरह रिलायंस का सारा कम ही, रिलायंस का जिहड़ा सारा कम सारा बिजनेस है वो पेट्रोकैमिकल्स के उत्ते हैगा। तो जो पेट्रोकैमिकल्स ही खत्म, ओदी कोई यूटिलिटी नहीं रही, तो दूसरा काम की करनगे अडानी साहब ते रिलायंस वाले? वो ये करनगे कि जिहड़ी जिनसां पैदा हुंदियां इस मुल्क दे विच किसान अपने सच्ची सुच्ची कमाई, खून पसीने की कमाई करके आ रहा, वो सारी जिनसां दे उत्ते अपने आप की मोनोपली बना लेनी है। कॉन्ट्रैक्ट फार्मिंग, कॉन्ट्रैक्ट फार्मिंग की हुंदी है कि तुसी कॉन्ट्रैक्ट कर लिया किसी फार्मर दे नाल इन्हां कंपनियां ने, और वो कॉन्ट्रैक्ट दे विच की होया कि उस नूं तुसी दसदा भी इस ग्रेड की आ चीज़ इस तरह पैदा होनी है, ये आ तैनूं असीं बीज भी देवांगे, आ तैनूं असीं आ भी देवांगे। उहदे च जदों वो जिनस लैके जाएगा इन्हां कंपनियां दे रिप्रजेंटेटिव्स दे कोल, तां वो देखणगे भी आ तां ए ग्रेड दी आ बी ग्रेड दी आ सी ग्रेड दी। कॉन्ट्रैक्ट तां ए ग्रेड नाल कीता सी, तां बी ते सी ग्रेड जे फर्ज करो भिंडी लैके गया, जे भिंडी दी जिहड़ी लेंथ आ थोड़ी ज़्यादा होगी तां वो कहणगे इहनूं वापस लै जा। वो किसान कित्थे लैके जाएगा? किसान बी ग्रेड दी जिनस किस जगह ते ले जाएगा, किस तरह उन्होंने कंज्यूम करेगा, कित्थे जाके बेचेगा? जिहड़ियां सरकारी मंडियां तुसीं खत्म करन जा रहे हो, प्राइवेट मंडियां तुसीं इंट्रोड्यूस करन जा रहे हो। इसे तरीके कणक लैके जाएगा, आ ए ग्रेड की कणक है जी, ए ग्रेड की कणक असीं लै ली, बी ग्रेड की लै जा वापस। किसान कित्थे वापस लैके जाएगा? ना उहदे कोल कोई गोडाउन ना कुछ नहीं लैना। और सीलोज बनवाते गोडाउन, हज़ारां एकड़ां दे विच हरियाणे, पंजाब और दूजे सूबे सीलोज बना ले। सीलोज भी कित्थे बनाए है? जे उन्होंने ध्यान नाल देखोगे
ਉਹ ਬਣਾਇਆ ਰੇਲਵੇ ਲਾਈਨਾਂ ਦੇ ਉੱਤੇ, ਤਾਂ ਕਿ ਢੁਹਾਈ ਦੇ ਜਿਹੜੇ ਜੋ ਵੀ ਪੈਸੇ ਲੱਗਦੇ ਆ ਉਹ ਵੀ ਨਾ ਲੱਗਣ। ਮਕੈਨੀਕਲੀ ਉਹਨਾਂ ਨੂੰ ਵੈਗਨਾਂ ਦੇ ਵਿੱਚ ਪਾਇਆ ਜਾਏਗਾ, ਮਕੈਨੀਕਲੀ ਉਹਨਾਂ ਨੂੰ ਵੈਗਨਾਂ ਦੇ ਵਿੱਚੋਂ ਉਠਾ ਕੇ ਗੋਡਾਊਨਸ ਦੇ ਵਿੱਚ ਪਾਇਆ ਜਾਏਗਾ। ਜਿਹੜੇ ਲੋਕ ਵਿਚਾਰੇ ਅਨਸਕਿਲਡ ਲੇਬਰ ਕਰਦੇ ਆ, ਜਿਹੜੇ ਜਿਸ ਤਰ੍ਹਾਂ ਮੰਡੀਆਂ ਦੇ ਵਿੱਚ ਵਿਚਾਰੇ ਬੋਰੀਆਂ ਚੜਾਉਂਦੇ ਆ, ਬੋਰੀਆਂ ਲਾਉਂਦੇ ਆ, ਬੋਰੀਆਂ ਦੇ ਵਿੱਚ ਕਣਕ ਜਾਂ ਜਿਨਸਾਂ ਨੂੰ ਪਾਉਂਦੇ ਆ, ਉਹ ਵਿਚਾਰਿਆਂ ਦਾ ਸਾਰਾ ਪ੍ਰੋਫੈਸ਼ਨ ਆ ਜਿਹੜਾ ਉਹ ਖਤਮ ਹੋ ਜਾਏਗਾ। ਉਹਨਾਂ ਦਾ ਰੁਜ਼ਗਾਰ ਖਤਮ ਹੋ ਜਾਏਗਾ, ਉਹ ਭੁੱਖੇ ਮਰਨਗੇ। ਕੋਈ ਉਹਨਾਂ ਦੇ ਕੋਲ ਸਾਧਨ ਹੀ ਨਹੀਂ ਰਹਿਣਾ ਕਿ ਜਿੱਥੋਂ ਕੋਈ ਆਪਣਾ ਰੋਟੀ ਪਾਣੀ ਖਾ ਸਕਣ। ਤੋ ਇਹ ਬਹੁਤ ਵੱਡੀ ਕਨਸਪੀਰੇਸੀ ਆ। ਔਰ ਇਹ ਤਿੰਨੇ ਜਿਹੜੇ ਕਾਨੂੰਨ ਆ, ਮੈਂ ਸਮਝਦਾ ਅਨਕਨਸਟੀਟਿਊਸ਼ਨਲ ਕਾਨੂੰਨ। ਜਿਹੜੇ ਕਿਸਾਨ ਕੀ ਕਹਿ ਰਹੇ ਆ, ਉਹ ਕਹਿ ਰਹੇ ਆ ਵੀ ਅਸੀਂ ਇਹ ਕਾਨੂੰਨ ਨਹੀਂ ਮੰਨਦੇ, ਇਹ ਕਾਨੂੰਨ ਸਾਡੇ ਹਿੱਤਾਂ ਦੇ ਵਿੱਚ ਨਹੀਂ ਹੈ, ਇਹ ਸਾਨੂੰ ਸਾਡੇ ਪ੍ਰੋਫੈਸ਼ਨ ਨੂੰ ਸਾਨੂੰ ਤਬਾਹ ਕਰ ਦੇਣਗੇ, ਬਰਬਾਦ ਕਰ ਦੇਣਗੇ। ਤਾਂ ਉਹ ਕੀ ਕਹਿ ਰਹੇ ਆ, ਤੁਸੀਂ ਆਓ, you dialogue with us, you discuss with inside these three laws। ਤਾਂ ਕਿਸਾਨ ਕੀ ਕਹਿ ਰਹੇ ਆ ਕਿ ਅਸੀਂ ਇਨਸਾਈਡ these laws ਨਹੀਂ ਡਿਸਕਸ਼ਨ ਕਰਨੀ, ਅਸੀਂ ਤਾਂ ਇਸ ਨੂੰ ਹੋਲੀ ਪੂਰਨ ਤੌਰ ਦੇ ਉੱਤੇ ਡਿਸਕਸ ਕਰ ਸਕਦੇ ਹਾਂ ਜੇ ਤੁਸੀਂ ਇਸ ਗੱਲ ਤੇ ਆ ਕੇ ਸਾਡੇ ਨਾਲ ਗੱਲ ਕਰਨੀ ਹੈ। ਇਹ ਗੱਲ ਸਰਕਾਰ ਕਹਿ ਰਹੀ ਹੈ ਯੂ ਡਿਸਕਸ ਐਵਰੀਥਿੰਗ ਇਨਸਾਈਡ ਵਿਦਨ ਦੀ ਫਰੇਮਵਰਕ ਆਫ ਥੀਸ ਲਾਜ਼। ਤਾਂ ਕਿਸਾਨ ਕਹਿ ਰਿਹਾ ਅਸੀਂ ਇਸ ਫਰੇਮਵਰਕ ਵਿੱਚ ਨਹੀਂ ਆਉਣਾ, ਅਸੀਂ ਇਸ ਦੀਆਂ ਕੋਈ ਅਮੈਂਡਮੈਂਟ ਕਰਨੀਆਂ ਨਹੀਂ, ਸਾਨੂੰ ਲੋੜ ਨਹੀਂ, ਕਿਉਂਕਿ ਇਹ ਸਾਰੇ ਦਾ ਸਾਰਾ ਜਿਹੜਾ ਫਰੇਮਵਰਕ ਆ, ਸਾਰੇ ਦੇ ਜਿਹੜੇ ਸਾਰੇ ਕਾਨੂੰਨ ਆ, ਉਹਨਾਂ ਦੇ ਵਿੱਚ ਹਰ ਚੀਜ਼ ਕਿਸਾਨ ਨੂੰ ਲੁੱਟਣ ਲਈ, ਕਿਸਾਨ ਨੂੰ ਬਰਬਾਦ ਕਰਨ ਲਈ, ਕਿਸਾਨ ਨੂੰ ਤਬਾਹ। ਹੁਣ ਕੰਟਰੈਕਟ ਕੀ ਆ, ਜੇ ਫਰਜ਼ ਕਰੋ ਕਿਸਾਨ ਨਹੀਂ ਦੇ ਸਕਦਾ ਉਸ ਦਾ ਜਿਹੜਾ ਪੈਸਾ, ਤਾਂ ਉਸ ਦੇ ਉੱਤੇ ਵਿਆਜ ਵੀ ਲੱਗੇਗਾ। 5000 ਪਰ ਡੇ ਕਿਸਾਨ ਨੂੰ ਜੁਰਮਾਨਾ ਲੱਗੇਗਾ ਪਹਿਲੇ ਕੁਛ ਦਿਨਾਂ ਲਈ, ਉਸ ਤੋਂ ਬਾਅਦ ਕੁਛ ਦਿਨਾਂ ਲਈ 10,000 ਰੁਪਏ ਡੇਲੀ ਉਸ ਨੂੰ ਜੁਰਮਾਨਾ ਹੋਏਗਾ। ਔਰ ਫਿਰ ਕੀ ਹੋਏਗਾ, ਅਲਟੀਮੇਟਲੀ ਕਿਸਾਨ ਨਿਹੱਥਾ ਹੋ ਕੇ, ਕਿਸਾਨ ਮਜਬੂਰ ਹੋ ਕੇ, ਕਿਸਾਨ ਬੇਬਸ ਹੋ ਕੇ ਕਹੇਗਾ ਲਓ ਜੀ ਸਾਡੀ ਜ਼ਮੀਨ ਤੁਸੀਂ ਸੰਭਾਲ ਲਓ। ਜਿਹੜਾ ਮੋਦੀ ਸਾਹਿਬ ਕਹਿੰਦੇ ਆ ਨਾ ਕਿਸਾਨਾਂ ਨੂੰ ਕੀ ਡਰ ਆ, ਜ਼ਮੀਨ ਮੈਂ ਕਿਸੇ ਦੀ ਨਹੀਂ, ਉਹ ਇਸ ਤਰੀਕੇ ਨਾਲ ਜ਼ਮੀਨ ਉਹਨਾਂ ਦੇ ਹੱਥੋਂ ਨਿਕਲ ਜਾਏਗੀ ਜਿਸ ਨੂੰ ਧਰਤੀ ਮਾਤਾ ਕਹਿੰਦੇ ਆ। ਇਹ ਬਾਣੀ ਦੇ ਵਿੱਚ ਵੀ ਮਹਾਰਾਜ ਨੇ ਲਿਖਿਆ, ਗੁਰੂ ਨਾਨਕ ਦੇਵ ਮਹਾਰਾਜ ਨੇ, ਮਾਤਾ ਧਰਤ ਮਹੱਤ। ਤੋ ਉਹ ਮਹਾਰਾਜ ਬਹੁਤ ਦੇਰ ਪਹਿਲਾਂ ਕਹਿ ਗਏ ਆ, ਕਿਸਾਨ ਨੂੰ ਸੁਚੇਤ ਕਰ ਗਏ ਆ, ਕਿਸਾਨ ਨੂੰ ਸਾਵਧਾਨ ਕਰ ਗਏ ਆ, ਕਿਉਂਕਿ ਕਿਸਾਨ ਦੇ ਨਾਲ ਪਿਆਰ ਸੀ। ਇੱਕੋ ਹੀ ਚੀਜ਼ ਹੈ, ਇੱਕੋ ਹੀ ਪ੍ਰੋਫੈਸ਼ਨ ਹੈ ਜਿਹੜਾ ਉੱਤਮ ਆ, ਗੁਰੂ ਨਾਨਕ ਨੇ ਆਪ ਫਰਮਾਇਆ ਆਪਣੇ ਵਚਨਾਂ ਦੇ ਵਿੱਚ। ਤੋ ਇਸ ਕਰਕੇ ਇਹ ਸਾਰੀ ਜਿਹੜੀ ਚੀਜ਼ ਆ ਇਸ ਤਰੀਕੇ ਨਾਲ ਚਲਾਈ ਜਾ ਰਹੀ ਆ ਕਿ ਇਸ ਦੇ ਵਿੱਚ ਇਹ ਸਮਝੋ ਵੀ ਉੱਪਰ ਤਾਂ ਕੋਈ ਹੋ ਸਕਦਾ ਸ਼ੂਗਰ ਲੱਗੀ ਹੋਵੇ ਮਾੜੀ ਮੋਟੀ, ਅੰਦਰ ਤਾਂ ਜ਼ਹਿਰ ਹੀ ਜ਼ਹਿਰ ਆ। ਜੇ ਇਸ ਨੂੰ ਹੱਥ ਵੀ ਲਾਓਗੇ, ਜੇ ਇਸ ਨੂੰ ਮੂੰਹ ਵੀ ਲਾਓਗੇ ਤਾਂ ਖਤਮ ਹੋ ਜਾਓਗੇ। ਤੋ ਇਹ ਕਿਸਾਨ, ਬੜੀ ਦਿਲਚਸਪ ਗੱਲ ਆ, ਕਿਸਾਨ ਸਮਝ ਚੁੱਕਿਆ, ਇਸ ਚਾਲ ਨੂੰ ਸਮਝ ਚੁੱਕਿਆ। ਔਰ ਮਾफ़ ਕਰਨਾ, ਮੈਂ ਇੱਥੇ ਇੱਕ ਗੱਲ ਕਹਿਣੀ ਚਾਹੁੰਦਾ, ਬੜੇ ਦੁੱਖ ਨਾਲ ਕਹਿਣੀ ਚਾਹੁੰਦਾ, ਇਸ ਵੇਲੇ ਇੱਕ ਤਾਂ ਕਿਸਾਨ ਉਸ ਫਰੰਟ 'ਤੇ ਲੜ ਰਿਹਾ, ਉਹਨਾਂ ਬਾਰਡਰਾਂ 'ਤੇ ਬੈਠਾ, ਠੰਡ ਦੇ ਵਿੱਚ ਬੈਠਾ, ਆਕਾਸ਼ ਦੇ ਨੀਚੇ ਬੈਠਾ, ਕਿੰਨੀ ਠੰਡ ਕਿਤਨੀ ਸਫਰਿੰਗ ਦੇ ਵਿੱਚ ਦੀ ਉਹ ਗੁਜ਼ਰ ਰਿਹਾ। ਘਰਾਂ ਦੇ ਵਿੱਚ ਬੈਠੇ ਵੀ ਕਿਸਾਨਾਂ ਦੇ ਪਰਿਵਾਰ ਤੜਫ ਰਹੇ, ਬੇਚੈਨ ਆ, ਬਹੁਤ ਤਕਲੀਫ 'ਚ ਆ, ਬਹੁਤ ਦੁੱਖ 'ਚ ਆ ਵੀ ਸਾਡੀ ਕੌਮ ਦੇ ਨਾਲ ਕੀ ਕੀਤਾ ਜਾ ਰਿਹਾ। ਸਾਰੇ ਹਿੰਦੁਸਤਾਨ ਦੇ ਵਿੱਚ ਹੀ ਹੋ ਰਿਹਾ, ਸਾਰਾ ਹਿੰਦੁਸਤਾਨ ਦਾ ਕਿਸਾਨ ਹੀ ਤੜਫ ਰਿਹਾ। ਔਰ ਉਸ ਕਿਸਾਨਾਂ ਦੇ ਜਿਹੜੇ ਸਾਰੇ ਲੋਕ ਆ ਇਸ ਮੁਲਕ ਦੇ, ਉਹਨਾਂ ਦੀ ਲੀਡਰਸ਼ਿਪ ਜਿਹੜੀ ਆ ਪੰਜਾਬ ਦੇ ਕਿਸਾਨਾਂ ਕੋਲ ਆ। ਮਾफ़ ਕਰਨਾ, ਜੇ ਕੋਈ ਕਹੇ ਵੀ ਆ ਫਲਾਨਾ ਲੀਡਰ ਆ ਧਮਕਾ ਲੀਡਰ ਆ, ਅਮਕਾ ਲੀਡਰ ਆ, ਉਹ ਕੋਈ ਲੀਡਰ ਨਹੀਂ, ਇਹ ਮਾਸ ਅਫਸਰ। ਜਸ ਕਿਸਾਨ ਉੱਠ ਖੜਿਆ, ਕਿਸਾਨ ਸਮਝ ਚੁੱਕਿਆ, ਕਿਸਾਨ ਬੇਚੈਨ ਹੋ ਚੁੱਕਿਆ, ਕਿਸਾਨ ਉਸ ਗੱਲ ਲਈ ਅਵੇਅਰ ਹੋ ਚੁੱਕਿਆ ਹੈ। ਦੇਖੋ ਇਸ ਗੱਲ ਦੇ ਵਿੱਚ ਬਹੁਤ ਚੀਜ਼ਾਂ ਸਮਝਣ ਵਾਲੀਆਂ, ਜਿਹੜੀਆਂ ਸਾਡੀ ਪੋਲੀਟੀਕਲ ਲੀਡਰਸ਼ਿਪ ਨੇ, ਚਾਹੇ ਪੰਜਾਬ ਚਾਹੇ ਬਾਹਰ, ਗੱਲ ਤਾਂ ਅਨੰਦਪੁਰ ਸਾਹਿਬ ਰੈਜ਼ੋਲੂਸ਼ਨ ਦੀ ਕਰਦੇ ਰਹੇ, ਲੋਕਾਂ ਨੂੰ ਉਕਸਾਉਂਦੇ ਰਹੇ। ਅਨੰਦਪੁਰ ਸਾਹਿਬ ਰੈਜ਼ੋਲੂਸ਼ਨ 'ਤੇ ਵੱਧ ਅਧਿਕਾਰਾਂ ਦੀ ਗੱਲ ਹੈ, ਅਸੀਂ ਵੱਧ ਅਧਿਕਾਰ ਲੈਣੇ, 4 ਹੀ ਸਿਰਫ ਜਿਹੜੇ ਹੈਗੇ ਅਧਿਕਾਰ ਉਹ ਸੈਂਟਰ ਨੂੰ ਹੋਣ, ਬਾਕੀ ਸਾਰੀਆਂ ਸਟੇਟਾਂ ਨੂੰ ਹੋਣ। ਪਰ ਹੌਲੀ ਹੌਲੀ ਸੈਂਟਰ ਨੇ ਕੀ ਕੀਤਾ, ਜਿਸ ਤਰੀਕੇ ਦੇ ਨਾਲ ਜਿਹੜੇ ਸਟੇਟਾਂ ਦੇ ਸਬਜੈਕਟ ਸੀ ਉਹ ਆਪਣੇ ਹੱਥ ਵਿੱਚ ਲੈ ਲਏ, ਸਟੇਟਾਂ ਤੋਂ ਉਹ ਖੋਹ ਲਏ। ਕਿਸ ਤਰੀਕੇ ਨਾਲ ਖੋਹ ਜਿਹੜਾ ਐਜੂਕੇਸ਼ਨ ਦਾ ਸਬਜੈਕਟ ਸੀ ਉਹ ਸਟੇਟ ਸਬਜੈਕਟ ਸੀਗਾ। ਸੈਂਟਰ ਨੇ ਕੀ ਕੀਤਾ, ਸਟੇਟ ਐਜੂਕੇਸ਼ਨ ਦਾ ਸਬਜੈਕਟ ਆਪਣੇ ਕੰਟਰੋਲ ਦੇ ਵਿੱਚ ਲੈ ਲਿਆ। ਔਰ ਨਤੀਜਾ ਕੀ ਨਿਕਲਿਆ
ਕਿ ਜਿੰਨੇ ਗੌਰਮੈਂਟ ਦੇ ਸਕੂਲ ਸੀ ਜਿੰਨੀਆਂ ਸਟੇਟਾਂ ਦੇ ਵਿੱਚ ਉਹ ਵੈਪੋਰੇਟ ਹੋ ਗਏ, ਖਤਮ ਹੋ ਗਏ। ਉਹ ਬਿਲਡਿੰਗਾਂ ਹੀ ਰਹਿ ਗਈਆਂ। ਬਿਲਡਿੰਗਾਂ ਵੀ ਹੁਣ ਟੁੱਟੀਆਂ ਭੱਜੀਆਂ ਪਈਆਂ, ਨਾ ਉੱਥੇ ਸਕੂਲ ਟੀਚਰ ਆ, ਨਾ ਉੱਥੇ ਬੱਚੇ ਪੜ੍ਹਦੇ ਆ, ਸਟੂਡੈਂਟ ਹੈਗੇ। ਔਰ ਉਸ ਦੇ ਨਾਲ ਕੀ ਹੋਇਆ, ਪੈਰਲਲ ਉਸ ਦੇ ਬਿਲਕੁਲ ਸਾਹਮਣੇ ਇੱਕ ਸਟਰਕਚਰ ਖੜਾ ਹੋ ਗਿਆ ਪ੍ਰਾਈਵੇਟ ਸਕੂਲਾਂ ਦਾ। ਬਹੁਤ ਭਾਰੀ ਫੀਸ, ਦੇਖਣ ਨੂੰ ਬਹੁਤ ਖੂਬਸੂਰਤ ਬਿਲਡਿੰਗਾਂ, ਬਹੁਤ ਖੂਬਸੂਰਤ ਬੱਚਿਆਂ ਦੇ ਜਿਹੜੇ ਯੂਨੀਫਾਰਮਸ, ਬਹੁਤ ਜਿਹੜੀਆਂ ਇਸ ਕਿਸਮ ਦੀਆਂ ਕਿਤਾਬਾਂ ਅਤੇ ਲਿਟਰੇਚਰ ਜਿਹੜਾ ਇਸ ਮੁਲਕ ਦੇ ਨਾਲ ਕਿਸੇ ਕਿਸਮ ਦਾ ਕੋਈ ਤਾਲੁਕ ਹੀ ਨਹੀਂ ਰੱਖਦਾ। ਅੰਗਰੇਜ਼ੀ ਜ਼ਬਾਨ, ਅੰਗਰੇਜ਼ੀ ਕਲਚਰ, ਅਰਬਨ ਜਿਹੜੀ ਜਿਸ ਕਿਸਮ ਦੀ ਅਰਬਨ ਲਾਈਫ ਆ ਉਸ ਦੀ ਪ੍ਰੋਜੈਕਸ਼ਨ, ਔਰ ਖੇਤੀ ਨੂੰ ਨਕਾਰ ਕੇ ਇੱਕ ਪਾਸੇ ਰੱਖਤਾ ਉਸ ਐਜੂਕੇਸ਼ਨ ਸਿਸਟਮ ਦੇ ਵਿੱਚ ਵੀ। ਇਹ ਨਤੀਜਾ ਨਿਕਲਿਆ। ਸੈਂਟਰ ਦਾ ਐਜੂਕੇਸ਼ਨ ਨੂੰ ਆਪਣੇ ਕੰਟਰੋਲ ਵਿੱਚ ਲੈਣ ਦਾ ਆਹ ਨਤੀਜਾ ਨਿਕਲਿਆ ਕਿ ਸਾਡਾ ਜਿਹੜਾ ਐਡਾ ਵਧੀਆ ਐਜੂਕੇਸ਼ਨ ਦਾ ਸਿਸਟਮ ਸਰਕਾਰੀ ਮੁਹਾਂਦਰੇ ਨਾਲ ਚੱਲਦਾ ਸੀ, ਉਹ ਸਾਰੇ ਦਾ ਸਾਰਾ ਤੈਸ਼ ਨੈਸ਼ ਹੋ ਗਿਆ। ਦੂਸਰਾ ਕੀ ਕੀਤਾ, ਹੈਲਥ ਸਿਸਟਮ। ਹੈਲਥ ਸਿਸਟਮ ਇਸ ਮੁਲਕ ਦੇ ਵਿੱਚ ਸਰਕਾਰੀ ਕੰਟਰੋਲ ਦੇ ਵਿੱਚ ਸੀ ਔਰ ਸਟੇਟਾਂ ਦਾ ਸਬਜੈਕਟ ਸੀ, ਸਟੇਟ ਸਬਜੈਕਟ ਸੀ। ਉਹ ਉਹਨਾਂ ਨੇ ਕੀ ਕੀਤਾ, ਉਸ ਦੀ ਬਜਾਏ ਉਹਨਾਂ ਨੇ ਹੈਲਥ ਸਿਸਟਮ ਨੂੰ ਆਪਣੇ ਕੰਟਰੋਲ 'ਚ ਕਰਕੇ ਸਿੱਧੇ ਤੌਰ ਦੇ ਉੱਤੇ ਉਸ ਦੇ ਵਿੱਚੋਂ ਸਰਕਾਰੀ ਜਿਹੜਾ ਕੰਟਰੋਲ ਸੀ ਸਟੇਟਾਂ ਦਾ, ਉਸ ਨੂੰ ਬਾਹਰ ਕੱਢ ਦਿੱਤਾ। ਤਾਂ ਉਹਦਾ ਨਤੀਜਾ ਕੀ ਨਿਕਲਿਆ, ਅੱਜ ਬੜੇ ਬੜੇ ਹਸਪੀਟਲ, ਬੜੀਆਂ ਬੜੀਆਂ ਡਿਸਪੈਂਸਰੀਆਂ ਸਾਰੀਆਂ ਪ੍ਰਾਈਵੇਟ ਔਰ ਬਹੁਤ ਮਹਿੰਗੀਆਂ। ਜਿਹੜਾ ਗਰੀਬ ਆਦਮੀ ਆ ਇਸ ਮੁਲਕ ਦੇ ਵਿੱਚ, ਜਿਹੜੇ 90% ਗਰੀਬ ਲੋਕ ਰਹਿੰਦੇ ਆ, ਉਹਨਾਂ ਨੂੰ ਤਾਂ ਵਿਚਾਰਿਆਂ ਨੂੰ ਕੋਈ ਇਸ ਕਿਸਮ ਦੀ ਸਹਾਇਤਾ ਮੁਹੱਈਆ ਹੋ ਹੀ ਨਹੀਂ ਸਕਦੀ ਉਹਨਾਂ ਹਸਪੀਟਲਸ ਦੇ ਵਿੱਚ। ਤੋ ਇਹ ਸਾਰੀ ਚੀਜ਼ ਹੁਣ ਜਿਹੜੀ ਰਹਿੰਦੀ ਖੁੰਦੀ ਗੱਲ ਆ ਉਹ ਕਿਸਾਨੀ ਹੈ, ਉਹ ਐਗਰੀਕਲਚਰ ਹੈ। ਐਗਰੀਕਲਚਰ ਸਟੇਟ ਸਬਜੈਕਟ ਆ, ਇੱਥੇ ਦੱਸਣ ਵਾਲੀ ਗੱਲ ਆ। ਔਰ ਉਸ ਸਟੇਟ ਸਬਜੈਕਟ ਦੇ ਉੱਤੇ ਧਾਵਾ ਬੋਲਿਆ ਜਾ ਰਿਹਾ ਤਾਂ ਕਿ ਉਹ ਸਾਰੇ ਦਾ ਸਾਰਾ ਸੈਂਟਰ ਕੰਟਰੋਲ 'ਚ ਕਰਕੇ ਹੈਂਡਓਵਰ ਕਰਦੇ ਵੱਡੇ ਵੱਡੇ ਕਾਰਪੋਰੇਟਾਂ ਨੂੰ। ਇਹ ਇੱਕ ਬਹੁਤ ਹੀ ਦਰਦਨਾਕ ਕਹਾਣੀ, ਬਹੁਤ ਹੀ ਵੱਡੀ ਡੂੰਘੀ ਚਾਲ ਆ, ਜਿਸ ਦੇ ਨਾਲ ਇਸ ਮੁਲਕ ਦਾ ਜਿਹੜਾ 60 ਕਰੋੜ ਜਿਹੜੀ ਆਬਾਦੀ ਆ ਉਸ ਨੂੰ ਤਬਾਹ ਕਰਨ ਦੀ ਇੱਕ ਸਾਜ਼ਿਸ਼ ਹੈ, ਕਨਸਪੀਰੇਸੀ ਹੈ। ਔਰ ਉਹ ਜਿਹੜੀ ਕਨਸਪੀਰੇਸੀ ਅੱਜ ਨੰਗੀ ਹੋ ਗਈ। ਅੱਜ ਇਸ ਮੁਲਕ ਦਾ ਜਿਹੜਾ ਸਾਰਾ ਜਾਗਰੂਕ ਕਿਸਾਨ ਆ, ਚਾਹੇ ਕਿਸੇ ਕੋਨੇ 'ਚ ਬੈਠਾ, ਚਾਹੇ ਰਿਮੋਟ ਏਰੀਏ 'ਚ ਬੈਠਾ, ਚਾਹੇ ਉਹ ਅਖਬਾਰ ਪੜ੍ਹਦਾ ਨਹੀਂ ਪੜ੍ਹਦਾ, ਉਹ ਵਿਚਾਰੇ ਇਸ ਗੱਲ ਹੀ ਕੌਨਸ਼ੀਅਸ ਹੋ ਗਏ ਆ ਵੀ ਆਹ ਸਾਡੇ ਨਾਲ ਹੋਣ ਵਾਲਾ ਹੈ। ਜੇ ਇਹ ਤਿੰਨੇ ਕਾਨੂੰਨ ਲਾਗੂ ਹੋ ਗਏ, ਜਿਹੜੇ ਉਹਨਾਂ ਨੇ ਲਾਗੂ ਕਰਤੇ, ਇਹ ਬਿੱਲ ਨਹੀਂ ਰਹੇ, ਇਹ ਕਾਨੂੰਨ ਬਣ ਚੁੱਕੇ ਆ, ਇਹਨਾਂ ਦੀ ਇੰਡੋਰਸਮੈਂਟ ਹੋ ਚੁੱਕੀ ਆ। ਤੋ ਇਸ ਕਰਕੇ ਇਸ ਕਾਨੂੰਨਾਂ ਦੇ ਖਿਲਾਫ ਇੱਕ ਤੁਹਾਡਾ ਅੰਦੋਲਨ ਧਾਰਮਿਕ ਅੰਦੋਲਨ ਹੈ ਕਿ ਕਿਸ ਤਰੀਕੇ ਨਾਲ ਗਰੀਬ ਲੋਕਾਂ ਨੂੰ ਬਚਾਉਣਾ, ਕਿਸ ਤਰੀਕੇ ਨਾਲ ਨਿਹੱਥੇ ਜਿਹੜੇ ਕਿਸਾਨ ਆ ਉਹਨਾਂ ਦੀ ਪ੍ਰੋਟੈਕਸ਼ਨ ਤੇ ਡਿਫੈਂਸ ਉਹਨਾਂ ਦੀ ਕਰਨੀ ਹੈ। ਦੇਖੋ ਕੀ ਗੱਲ ਆ, ਫੂਡ ਗ੍ਰੇਨ ਆਦਮੀ ਕਿਸਾਨ ਵੱਲ ਜਾਂਦਾ ਮੰਡੀ ਦੇ ਵਿੱਚ, ਜਿਹੜਾ ਫੂਡ ਗ੍ਰੇਨ ਹੈ ਉਹ ਸਟੇਟ ਸਬਜੈਕਟ ਹੈ, ਉਸ ਦੇ ਉੱਤੇ ਸੈਂਟਰ ਦੀ ਕੋਈ ਅਥਾਰਟੀ ਨਹੀਂ ਹੈ। ਜੇ ਤੁਸੀਂ ਇੰਡੀਅਨ ਕਨਸਟੀਟਿਊਸ਼ਨ ਨੂੰ ਸਮਝੋ ਔਰ ਉਹਨੂੰ ਪੜ੍ਹੋ, ਉਸ ਦੀ ਵਿਆਖਿਆ ਦੇਖੋ, ਲੇਕਿਨ ਜਿਹੜਾ ਫੂਡ ਸਟੱਫ ਹੈ, ਜੇ ਫਰਜ਼ ਕਰੋ ਕਣਕ ਲੈ ਕੇ ਗਏ, ਉਸ ਦੇ ਉੱਤੇ ਕੋਈ ਕੰਟਰੋਲ ਨਹੀਂ ਸੈਂਟਰਲ ਗਵਰਨਮੈਂਟ ਦਾ। ਲੇਕਿਨ ਜਦੋਂ ਉਹ ਆਟਾ ਬਣ ਗਿਆ ਫਿਰ ਸੈਂਟਰ ਦਾ ਸਬਜੈਕਟ ਬਣ ਗਿਆ। ਇਸੇ ਤਰੀਕੇ ਨਾਲ ਚਾਵਲ ਜੀਰੀ ਦੀ ਫਾਰਮ ਦੇ ਵਿੱਚ ਜਦੋਂ ਉਹਦੇ ਹਸਕ ਹੈਗੀ ਆ, ਉਹ ਸਟੇਟ ਸਬਜੈਕਟ ਦੇ ਕੰਟਰੋਲ ਦੇ ਵਿੱਚ ਆ। ਲੇਕਿਨ ਜਦੋਂ ਚਾਵਲ ਨੂੰ ਤੁਸੀਂ ਹੋਰ ਕਿਸੇ ਫੂਡ ਸਟੱਫ ਦੇ ਵਿੱਚ ਕਨਵਰਟ ਕਰਤਾ, ਸੈਂਟਰ ਦਾ ਕੰਟਰੋਲ ਰਹਿ ਗਿਆ। ਤੋ ਇਹ ਗੱਲ ਦੇ ਉੱਤੇ ਬਹੁਤ ਬਰੀਕੀ ਦੀ ਗੱਲ ਹੈ ਔਰ ਧਾਵਾ ਮਾਰਿਆ ਜਾ ਰਿਹਾ ਸਟੇਟਾਂ ਦੇ ਸਬਜੈਕਟ ਦੇ ਉੱਤੇ। ਇਹ ਕਿਹਾ ਜਾ ਰਿਹਾ ਅਸੀਂ ਤੁਹਾਨੂੰ ਮੰਡੀਆਂ ਖੋਲ੍ਹਤੀਆਂ, ਅਸੀਂ ਤੁਹਾਨੂੰ ਪ੍ਰਾਈਵੇਟ ਮੰਡੀਆਂ ਕਰਤੀਆਂ। ਕਿਸੇ ਹਿੰਦੁਸਤਾਨ ਦੇ ਕੋਨੇ 'ਚ ਤੁਸੀਂ ਚਲੇ ਜਾਓ, ਉੱਥੇ ਤੁਸੀਂ ਵੇਚ ਲਓ ਆਪਣੇ ਜਿਨਸਾਂ ਜਿਹੜੀਆਂ ਪਹਿਲਾਂ ਵੀ ਆਈਆਂ। ਪੰਜਾਬ ਦੇ 'ਚ ਕੀਨੂ ਹੁੰਦਾ, ਉਹ ਜਿਹੜਾ ਕੀਨੂ ਆ ਉਹ ਤੁਸੀਂ ਕਿਸੇ ਜਗ੍ਹਾ ਲਿਜਾ ਕੇ ਵੇਚਦੇ ਆ ਪੰਜਾਬ ਦੇ ਲੋਕ। ਸਾਊਥ ਇੰਡੀਆ 'ਚ ਲੈ ਜਾਂਦੇ, ਉੱਥੇ ਵੇਚਦੇ ਆ, ਕਰਨਾਟਕਾ 'ਚ ਲੈ ਜਾਂਦੇ, ਉੱਥੇ ਵੇਚਦੇ ਆ, ਤਾਮਿਲਨਾਡੂ 'ਚ ਵਿਕਦਾ ਜਿਹੜਾ ਪੰਜਾਬ ਦਾ ਕੀਨੂ ਆ। ਇਸੇ ਤਰੀਕੇ ਨਾਲ ਸਾਊਥ ਇੰਡੀਆ ਦਾ ਨਾਰੀਅਲ ਆ ਦੇਖ ਲਓ ਜਗ੍ਹਾ ਜਗ੍ਹਾ ਦੇ ਉੱਤੇ ਵਿਕ ਰਿਹਾ। ਹੁੰਦਾ ਤਾਂ ਸਾਊਥ ਇੰਡੀਆ 'ਚ ਆ, ਨਾਰਥ ਇੰਡੀਆ 'ਚ ਤਾਂ ਹੁੰਦਾ ਨਹੀਂ। ਤੋ ਉਹ ਨਾਰੀਅਲ ਕਿਤੇ ਜਾ ਕੇ ਤੁਸੀਂ ਵੇਚ ਲਓ। ਇਹ ਭੁਲੇਖੇ ਪਾਏ ਜਾ ਰਹੇ, ਇਹ ਧੋਖੇ ਕੀਤੇ ਜਾ ਰਹੇ, ਇਹ ਲੋਕਾਂ ਨੂੰ ਮਤਲਬ ਗੁੰਮਰਾਹ ਕੀਤਾ ਜਾ ਰਿਹਾ ਇਹ ਚੀਜ਼ਾਂ ਕਹਿ ਕੇ ਤੇ ਇਹ ਚੀਜ਼ਾਂ ਕਰਕੇ। ਹੁਣ ਦੇਖੋ
ਤਿੰਨ ਚੀਜ਼ਾਂ। ਇੱਕ ਚੀਜ਼ ਹੈ ਮਾਰਕੀਟਿੰਗ। ਜਿਹੜੀ ਮਾਰਕੀਟਿੰਗ ਹੈਗੀ ਆ ਉਹ ਸਟੇਟ ਸਬਜੈਕਟ ਆ ਕਿ ਉਹਨਾਂ ਨੇ ਕਿੱਥੇ ਜਾ ਕੇ ਮਾਰਕੀਟਿੰਗ, ਜਿਹੜਾ ਕਿਸਾਨ ਆ ਉਸਨੇ ਕਿੱਥੇ ਜਾ ਕੇ ਆਪਣੀ ਜਿਨਸਾਂ ਜਿਹੜੀਆਂ ਵੇਚਣੀਆਂ, ਉਹਦੀ ਇੱਕ ਮੰਡੀ ਦਾ ਸਿਸਟਮ ਆ। ਜਿਹੜਾ ਸਰਕਾਰੀ ਮੰਡੀਆਂ ਜਿਸ ਤਰ੍ਹਾਂ ਪੰਜਾਬ ਚੱਲਦੀਆਂ, ਇਸੇ ਤਰੀਕੇ ਦੇ ਨਾਲ ਹਰਿਆਣੇ ਚੱਲਦੀਆਂ, ਕੁਛ ਵੈਸਟਰਨ ਯੂਪੀ ਦੇ ਵਿੱਚ ਚੱਲਦੀਆਂ। ਮਾਰਕੀਟ ਤੋਂ ਬਾਅਦ ਜਿਹੜੀ ਦੂਸਰੀ ਚੀਜ਼ ਆ ਉਹਦੀ ਟ੍ਰੇਡਿੰਗ ਤੇ ਕਮਰਸ ਆ, ਉਹ ਸੈਂਟਰਲ ਸਬਜੈਕਟ ਹੈ। ਇਹ ਬਹੁਤ ਬਰੀਕ ਗੱਲਾਂ, ਇਹਨਾਂ ਬਰੀਕ ਗੱਲਾਂ ਨੂੰ ਸਮਝਣ ਦੀ ਲੋੜ ਆ। ਔਰ ਇਹ ਸਟੇਟਾਂ ਦੇ ਅਧਿਕਾਰਾਂ ਤੇ ਡਾਕਾ ਮਾਰਿਆ ਜਾ ਰਿਹਾ। ਸਟੇਟਾਂ ਦੀ ਜਿਹੜੀ ਖੁਦ ਮੁਖਤਿਆਰੀ ਹੈ ਉਸ ਨੂੰ ਖਤਮ ਕੀਤਾ ਜਾ ਰਿਹਾ ਇਹਨਾਂ ਚਾਲਾਂ ਦੇ ਨਾਲ। ਇਹ ਇਸ ਕਿਸਮ ਦੀਆਂ ਜਿਹੜੀਆਂ ਉਹਨਾਂ ਦੀਆਂ ਲੂੰਬੜੀ ਚਾਲਾਂ ਹੈਗੀਆਂ ਮੋਦੀ ਸਾਹਿਬ ਦੀ ਸਰਕਾਰ ਦੀਆਂ, ਉਹ ਇਸ ਤਰੀਕੇ ਨਾਲ ਕਿਸਾਨਾਂ ਨੂੰ ਤਬਾਹ ਕਰਨ ਦੀ ਕੰਸਪੀਰੇਸੀ ਆ, ਜਿਹੜੀ ਕਾਰਪੋਰੇਟ ਜਿਹੜੇ ਸੈਕਟਰ ਕਾਰਪੋਰੇਟ ਆ ਉਹਨਾਂ ਦੀ ਮਿਲੀ ਭੁਗਤ ਨਾਲ ਕੀਤੀ ਜਾ ਰਹੀ ਹੈ। ਹੁਣ ਇੱਥੇ ਇੱਕ ਗੱਲ ਬੜੀ ਚਿੰਤਾ ਵਾਲੀ ਆ, ਦੁੱਖ ਵਾਲੀ ਵੀ ਆ ਕਿ ਜਿਹੜੀ ਨੀਡਲ ਆਫ ਸਸਪੀਸ਼ਨ ਹੈ, ਨੀਡਲ ਫਿੰਗਰ ਆਫ ਸਸਪੀਸ਼ਨ ਤੁਸੀਂ ਕਹਿ ਲਓ ਉਹਨੂੰ, ਉਹ ਸ਼ੱਕ ਦੇ ਦਾਇਰੇ 'ਚ ਆ ਜਿਹੜੀ ਕਿਸਾਨਾਂ ਦੀ ਲੀਡਰਸ਼ਿਪ ਆ। ਮਾफ़ ਕਰਨਾ, ਲੋਕ ਚਿੰਤਤ ਆ ਇਸ ਗੱਲ 'ਤੇ। ਇਸ ਗੱਲ 'ਤੇ ਚਿੰਤਤ ਨਹੀਂ ਵੀ ਜਿਹੜੀ ਇਹ ਮੂਵਮੈਂਟ ਆ, ਕਿਸਾਨਾਂ ਦੀ ਜਿਹੜੀ ਜਦੋਜਹਿਦ ਆ, ਕਿਸਾਨਾਂ ਦਾ ਜਿਹੜਾ ਰੈਵੋਲੂਸ਼ਨ ਆ, ਕਿਸਾਨਾਂ ਦੀ ਜਿਹੜੀ ਸਟਰਗਲ ਹੈ, ਉਹਦੇ ਵਿੱਚ ਕੋਈ ਕਮਜ਼ੋਰੀ ਨਹੀਂ ਆਈ, ਨਾ ਆਏਗੀ। ਕਿਉਂਕਿ ਜਿਸ ਕਿਸਮ ਦੀ ਵਚਨਬੱਧਤਾ ਕਿਸਾਨਾਂ ਦੀ ਆਪਣੇ ਇਸ ਸਟਰਗਲ ਦੇ ਨਾਲ ਆ, ਇਹਨਾਂ ਗੱਲਾਂ ਦੇ ਨਾਲ ਆ, ਇਹ ਜਿਹੜੀਆਂ ਸੈਂਟਰ ਦੀਆਂ ਪਾਲਿਸੀਆਂ ਦੇ ਖਿਲਾਫ ਆ, ਉਸ ਗੱਲ ਦੀ ਕਿਸੇ ਨੂੰ ਕੋਈ ਚਿੰਤਾ ਨਹੀਂ, ਕਿਸੇ ਨੂੰ ਕੋਈ ਕਿਸੇ ਗੱਲ ਦੀ ਪਰੇਸ਼ਾਨੀ ਨਹੀਂ। ਪਰ ਪਰੇਸ਼ਾਨੀ ਜ਼ਰੂਰ ਹੈ। ਜਿਹੜੇ ਸੂਝਵਾਨ ਲੋਕ ਆ ਉਹ ਸਮਝਦੇ ਆ ਕਿ ਜਿਹੜੀ ਇਹਨਾਂ ਦੀ ਲੀਡਰਸ਼ਿਪ ਆ ਉਹ ਇਹਨਾਂ ਨੂੰ ਬਿਟਰੇ ਕਰ ਸਕਦੀ ਹੈ ਸੈਂਟਰ ਨਾਲ ਮਿਲ ਕੇ। ਸੈਂਟਰ ਇਸੇ ਗੱਲ ਦੀ ਕੋਸ਼ਿਸ਼ ਕਰ ਰਿਹਾ, ਹਰ ਪਹਿਲੂ ਤੋਂ ਇਹਨਾਂ ਦੀ ਲੀਡਰਸ਼ਿਪ ਨੂੰ ਪਾੜਨ ਦੀ ਕੋਸ਼ਿਸ਼ ਕਰ ਰਿਹਾ ਸੈਂਟਰ। ਇਹਨਾਂ ਦੀ ਲੀਡਰਸ਼ਿਪ ਨੂੰ, ਇਹਨਾਂ ਦੇ ਪੈਰਲਲ ਲੀਡਰਸ਼ਿਪ ਖੜੀ ਕਰਨ ਦੀ ਕੋਸ਼ਿਸ਼ ਕਰ ਰਿਹਾ। ਔਰ ਇਹਨਾਂ ਦੇ ਵਿੱਚ ਵੀ ਕਿਸੇ ਨਾ ਕਿਸੇ ਤਰੀਕੇ ਨਾਲ ਕੋਈ ਲਾਲਚ ਦੇ ਕੇ, ਕੋਈ ਹੋਰ ਅਹੁਦਿਆਂ ਦੀ ਗੱਲਾਂ ਕਰਕੇ, ਕਿਸ ਤਰ੍ਹਾਂ ਪਹਿਲਾਂ ਵੀ ਪੰਜਾਬ ਦੇ ਵਿੱਚ ਕਿਸਾਨੀ ਮੂਵਮੈਂਟਾਂ ਚੱਲੀਆਂ। ਮੈਂ ਇੱਥੇ ਦੱਸਣਾ ਚਾਹੁੰਦਾ, ਲੱਖੋਵਾਲ ਸਾਹਿਬ ਬੜੇ ਲੀਡਰ ਸੀ ਕਿਸਾਨਾਂ ਦੇ ਪੰਜਾਬ ਦੇ ਵਿੱਚ, ਔਰ ਉਹਨਾਂ ਨੇ ਕਿਸਾਨਾਂ ਦੀ ਮੂਵਮੈਂਟ ਨੂੰ ਬਿਟਰੇ ਕੀਤਾ ਔਰ ਉਹਨਾਂ ਉਸ ਬਿਟਰੇਲ ਦਾ ਉਹਨਾਂ ਨੂੰ ਮੁਆਵਜ਼ਾ ਮਿਲਿਆ ਬਾਦਲ ਸਰਕਾਰ ਵੱਲੋਂ, ਜਦ ਕਿ ਉਹਨਾਂ ਨੂੰ ਮੰਡੀ ਬੋਰਡ ਜਿਹੜਾ ਕਿ ਬਹੁਤ ਵੱਡੀ ਇੱਕ ਇੰਸਟੀਟਿਊਸ਼ਨ ਆ, ਉਸ ਦੀ ਚੇਅਰਮੈਨਸ਼ਿਪ ਉਹਨਾਂ ਨੂੰ 10 ਸਾਲ ਲਗਾਤਾਰ ਕਿਸਾਨਾਂ ਦੀ ਬਿਟਰੇਲ ਦੇ ਮਾਵੇ ਉਹਨਾਂ ਨੇ ਖਾਧੇ, ਉਸ ਨੂੰ ਇੰਜੋਏ ਕੀਤਾ। ਕਾਰਾਂ, ਦਫ਼ਤਰ, ਉਹਨਾਂ ਦੇ ਕਿੰਨੇ ਮੁਲਾਜ਼ਮ, ਹਜ਼ਾਰਾਂ ਸੈਂਕੜੇ ਮੁਲਾਜ਼ਮ, ਐਡੀ ਬੜੀ ਉਹ ਮੰਡੀਕਰਨ ਬੋਰਡ ਆ ਜਿਹਦੇ ਕਿੰਨਾ ਬੜਾ ਬਜਟ ਆ, ਹਜ਼ਾਰਾਂ ਕਰੋੜਾਂ ਦਾ। ਹੁਣ ਉਹਨਾਂ ਨੇ ਕਿਸਾਨਾਂ ਨੂੰ ਬਿਟਰੇ ਕਰਕੇ ਅੱਜ ਕੀ ਹੋ ਰਿਹਾ, ਲੱਖੋਵਾਲ ਸਾਹਿਬ ਦੇ ਬੇਟੇ ਨੂੰ ਰਾਜੇਵਾਲ ਸਾਹਿਬ ਨੇ ਉੱਥੇ ਬੁਲਾ ਕੇ ਇਹ ਕਿਹਾ ਵੀ ਤੂੰ ਕਿਸਾਨਾਂ ਨੂੰ ਐਡਰੈਸ ਕਰ। ਜਿਹੜੇ ਰਾਜੇਵਾਲ ਸਾਹਿਬ ਆ ਉਹ ਲੱਖੋਵਾਲ ਦੀ ਹੀ ਬਾਈ ਪ੍ਰੋਡਕਟ ਆ। ਮਾफ़ ਕਰਨਾ, ਮੈਨੂੰ ਇਹ ਕਹਿਣ ਦੇ ਵਿੱਚ ਕੋਈ ਗੁਰੇਜ਼ ਨਹੀਂ। ਜਿਸ ਬੰਦੇ ਨੇ ਐਡੀ ਵੱਡੀ ਸਟਰੋਂਗ ਮੂਵਮੈਂਟ ਕਿਸਾਨਾਂ ਦੀ ਪੰਜਾਬ ਦੇ ਵਿੱਚ, ਜਿਸ ਨੂੰ ਬਿਟਰੇ ਕਰਕੇ ਉਸਨੇ ਇਸ ਕਿਸਮ ਦੇ ਅਹੁਦੇ ਲਏ, ਇਸ ਕਿਸਮ ਦੇ ਫਾਇਦੇ ਉਠਾਏ, ਇਸ ਕਿਸਮ ਦੀ ਉਹ ਗੱਲ ਆ ਨਾ। ਜਿਸ ਤਰ੍ਹਾਂ ਧਰਮ ਯੁੱਧ ਮੋਰਚੇ ਦੀ ਤੁਸੀਂ ਗੱਲ ਕਰੋ, ਕਿੱਡੀ ਸਟਰੋਂਗ ਮੂਵਮੈਂਟ, 1.25 ਲੱਖ ਆਦਮੀ ਜੇਲ੍ਹਾਂ 'ਚ ਗਿਆ, ਟੋਟਲੀ ਪੀਸਫੁਲ ਨਾਨ ਵਾਇਲੈਂਟ ਮੂਵਮੈਂਟ। ਉਸ ਨੂੰ ਸਰਕਾਰ ਨੇ ਵਾਇਲੈਂਸ 'ਚ ਕਨਵਰਟ ਕਰਨ ਤੋਂ ਬਾਅਦ ਨਤੀਜਾ ਕੀ ਨਿਕਲਿਆ? ਜਿਹੜਾ ਆਪਣੇ ਆਪ ਨੂੰ ਜਿਹਨੂੰ ਕਹਿੰਦੇ ਸੀ ਇਹ ਡਿਕਟੇਟਰ ਆ ਧਰਮ ਯੁੱਧ ਮੋਰਚੇ ਦਾ, ਉਹ ਕੀ ਹਰਚੰਦ ਸਿੰਘ ਲੌਂਗੋਵਾਲ। ਹਰਚੰਦ ਸਿੰਘ ਲੌਂਗੋਵਾਲ ਡਿਕਟੇਟਰ, ਧਰਮ ਯੁੱਧ ਮੋਰਚਾ, ਉਹਨੂੰ ਕੱਢ ਕੇ ਕੈਦ ਦੇ ਵਿੱਚੋਂ ਉਹਨਾਂ ਨੇ ਕਿਹਾ ਵੀ ਆਹ ਪਿਆ ਸਾਡਾ ਲਿਖਿਆ ਹੋਇਆ ਰਾਜੀਵ ਲੌਂਗੋਵਾਲ ਅਕੋਰਡ, ਇਸ 'ਤੇ ਸਾਈਨ ਕਰ ਦੇ। ਤੋ ਉਸ ਬੇਈਮਾਨ ਨੇ, ਮੈਂ ਮਾफ़ ਕਰਨਾ ਇਹ ਲਫ਼ਜ਼ ਯੂਜ਼ ਕਰਦਾ, ਮੇਰੀ ਆਦਤ ਨਹੀਂ ਇਸ ਕਿਸਮ ਦੀ ਗੱਲ ਕਰਨ ਦੀ, ਉਸ ਧੋਖੇਬਾਜ਼ ਇਨਸਾਨ ਨੇ, ਹਰਚੰਦ ਸਿੰਘ ਲੌਂਗੋਵਾਲ ਨੇ, ਹਜ਼ਾਰਾਂ ਬੇਗੁਨਾਹ ਸਿੱਖ ਕਤਲੋਗਾਰਤ ਕਰ ਦਿੱਤੇ ਗਏ, ਦਰਬਾਰ ਸਾਹਿਬ ਟਾਟੇਰੀ ਕਰ ਦਿੱਤਾ ਗਿਆ, ਸ਼੍ਰੀ ਅਕਾਲ ਤਖਤ ਸਾਹਿਬ ਟਾਟੇਰੀ ਕਰ ਦਿੱਤੇ ਗਏ। ਉਸ ਬੇਈਮਾਨ ਆਦਮੀ ਨੇ, ਜਿਹੜਾ ਕਿ ਆਪਣੇ ਜਿਹਨੂੰ ਲੋਕ ਕਹਿੰਦੇ ਸੀ ਵੀ ਇਹ ਧਰਮ ਯੁੱਧ ਮੋਰਚੇ ਦਾ ਡਿਕਟੇਟਰ ਹੈ, ਉਸ ਨੇ ਚੁੱਪ ਚਪੀਤੇ ਨਾਲ ਬਰਨਾਲਾ ਤੇ ਬਲਵੰਤ ਸਿੰਘ ਨੂੰ ਮਿਲਾ ਕੇ ਰਾਜੀਵ ਲੌਂਗੋਵਾਲ ਅਕੋਰਡ ਲਿਖ ਦਿੱਤਾ, ਸਾਈਨ ਕਰ ਦਿੱਤੇ। ਔਰ ਉਹਦੀ 9ਵੀਂ ਮਾਦਾ, ਰਾਜੀਵ ਲੌਂਗੋਵਾਲ ਅਕੋਰਡ ਦੀ 9ਵੀਂ ਮਾਦਾ, ਜਿਸ ਦੇ ਵਿੱਚ ਆਪ ਲਿਖ ਕੇ ਦਿੱਤਾ ਹਰਚੰਦ ਸਿੰਘ ਲੌਂਗੋਵਾਲ
ਤੇ ਦੂਸਰੇ ਉਹਦੀ ਦੂਸਰੇ ਜਿਹੜੇ ਚਾਪਲੂਸ ਸੀ ਬਰਨਾਲਾ ਤੇ ਬਲਵੰਤ ਸਿੰਘ ਕਿ ਅਸੀਂ ਆਪ SYL ਪੱਟ ਕੇ ਦੇਵਾਂਗੇ। 9ਵੀਂ ਮਾਦਾ ਮੇਰੀ ਆਪਣੀ ਕਿਤਾਬ ਦੇ ਵਿੱਚ ਸਾਰਾ ਰਾਜੀਵ ਲੌਂਗੋਵਾਲ ਰਿਕਾਰਡ ਲਿਖਿਆ ਹੋਇਆ, ਉਹਨੂੰ ਪੜ੍ਹ ਕੇ ਦੇਖ ਲਓ, ਹੂਬਹੂ ਵਰਬੈਟਮ ਲਿਖਿਆ ਹੋਇਆ, ਜਿਸ ਦੇ ਵਿੱਚ ਕੋਈ ਕੋਮਾ ਕਿਸੇ ਜਗ੍ਹਾ ਸੈਮੀਕੋਲਨ ਦਾ ਕੋਈ ਫਰਕ ਨਹੀਂ ਹੈ। ਤੋ ਅੱਜ ਜਿਹੜੀ ਚਿੰਤਾ ਹੈ, ਨੀਡਲ ਆਫ ਸਸਪੀਸ਼ਨ ਹੈ, ਉਹ ਰਾਜੇਵਾਲ ਸਾਹਿਬ ਤੇ ਆ, ਕਿਉਂਕਿ ਉਹਨਾਂ ਨੇ ਇੱਕ ਸਟੇਟਮੈਂਟ ਦੇ ਵਿੱਚ ਜਿਹੜਾ ਬੇਅੰਤ ਸਿੰਘ ਜਿਹੜਾ ਸੈਂਕੜੇ ਬੇਗੁਨਾਹ ਸਿੱਖਾਂ ਦਾ ਕਾਤਲ ਆ, ਉਸ ਨੂੰ ਵੀ ਉਹਨਾਂ ਨੇ ਬਹੁਤ ਉਸ ਦੀ ਪ੍ਰਸ਼ੰਸਾ ਕੀਤੀ ਹੈ। ਇਹ ਦੁਖਦਾਈ ਗੱਲ ਹੈ, ਇਹ ਬੇਚੈਨ ਕਰਨ ਵਾਲੀ ਗੱਲ ਹੈ। ਕਿੱਧਰ ਨੂੰ ਜਾ ਰਹੀ ਹੈ ਇਹ ਮੂਵਮੈਂਟ, ਕਿੱਧਰ ਨੂੰ ਲਿਜਾ ਰਹੇ ਹੈ ਲੀਡਰ, ਇਹਨਾਂ ਦੇ ਮਨਾਂ ਵਿੱਚ ਕੀ ਹੈ, ਕਿੰਨਾ ਖੋਟ ਹੈ, ਉਸ ਨੂੰ ਸਾਹਮਣੇ ਰੱਖਣਾ ਚਾਹੀਦਾ। ਮੇਰੀ ਕੋਈ ਰਾਜੇਵਾਲ ਨਾਲ ਦੁਸ਼ਮਣੀ ਨਹੀਂ, ਮੈਂ ਕਦੇ ਰਾਜੇਵਾਲ ਸਾਹਿਬ ਨੂੰ ਮਿਲਿਆ ਨਹੀਂ, ਪਰ ਮੈਂ ਕਿਸੇ ਵੀ ਇਨਸਾਨ ਦੇ, ਕਿਉਂਕਿ ਮੈਂ ਹਿਸਟੋਰੀਅਨ, मैंने तो ये सारा लिखना है जो एडा बड़ा घटनाक्रम हो रहा, ਜਿਹੜੀ ਇਹ ਈਵੈਂਟ ਹੈ ਦੁਨੀਆ ਦੇ ਵੱਡੀ ਈਵੈਂਟਸ ਦੇ ਵਿੱਚ ਲਿਖੀ ਜਾਏਗੀ, ਔਰ ਉਸ ਦੇ ਵਿੱਚ ਜਿਹੜੇ ਇਹਨਾਂ ਦੇ ਲੀਡਰ ਹੈ ਉਹਨਾਂ ਦਾ ਰੋਲ ਵੀ ਅੰਕਿਤ ਹੋਏਗਾ। ਇੱਕ ਇੱਕ ਲਫ਼ਜ਼ ਮੂੰਹ ਚੋਂ ਨਿਕਲਿਆ ਹੋਇਆ ਅਸੈਸ ਹੋਏਗੀ। ਹਿਸਟਰੀ ਦੇ ਕਰਾਫਟ ਇਸ ਗੱਲ ਦੀ ਇਜਾਜ਼ਤ ਨਹੀਂ ਦਿੰਦਾ ਵੀ ਕਿਸੇ ਦੀ ਤੁਸੀਂ ਫੇਵਰ ਕਰ ਲਓ, ਕਿਸੇ ਦੇ ਤੁਸੀਂ ਪ੍ਰੈਜੂਡਿਸ ਹੋਵੇ ਤੁਹਾਡੇ ਮਨ 'ਚ ਕਿਸੇ ਦੇ ਹੱਕ ਵਿੱਚ ਜਾਂ ਕਿਸੇ ਦੇ ਖਿਲਾਫ, ਇਹ ਨਹੀਂ ਹੋ ਸਕਦੀ ਗੱਲ। ਇਹ ਗੱਲ ਤੱਥਾਂ ਤੇ ਹੋਏਗੀ, ਫੈਕਟਸ ਦੇ ਉੱਤੇ ਹੋਏਗੀ। ਤੁਹਾਨੇ ਕੀ ਕੀਤਾ, ਤੁਸੀਂ ਕੀ ਕਿਹਾ, ਇਹ ਗੱਲ ਇਸ ਗੱਲ ਤੇ ਹੋਏਗੀ। ਹੁਣ ਇਸੇ ਤਰੀਕੇ ਦੇ ਨਾਲ 36 ਮੀਟਿੰਗਾਂ ਹੋਈਆਂ ਸੀ, ਬਲੂ ਸਟਾਰ ਅਟੈਕ ਤੋਂ ਪਹਿਲਾਂ 36 ਮੀਟਿੰਗਾਂ ਹੋਈਆਂ ਸੀ। ਜਿਸ ਤਰ੍ਹਾਂ ਹੁਣ ਇਹਨਾਂ ਦੇ ਕਿਸਾਨ ਲੀਡਰਾਂ ਦੀਆਂ ਮੀਟਿੰਗਾਂ ਹੋ ਰਹੀਆਂ, ਮਾਫ ਕਰਨਾ, ਉਹ 36 ਮੀਟਿੰਗਾਂ ਦੇ ਵਿੱਚ ਕੋਈ ਨਤੀਜਾ ਨਹੀਂ ਨਿਕਲਿਆ। ਵਿੱਚੋਂ ਨਿਕਲਿਆ ਬਲੂ ਸਟਾਰ ਅਟੈਕ, ਬਰਬਾਦੀ ਦਾ, ਤਬਾਹੀ ਦਾ, ਪੰਜਾਬ ਦਾ, ਸਿੱਖਾਂ ਦਾ, ਸਿੱਖ ਧਾਰਮਿਕ ਸਥਾਨਾਂ ਦਾ। ਤੋ ਅੱਜ ਅਸੀਂ ਉਸ ਗੱਲ ਨੂੰ ਮਤਲਬ ਨਜ਼ਰ ਦੇ ਵਿੱਚ ਰੱਖਦੇ ਹੋਏ ਇਹ ਜਿਹੜੇ ਸੋ ਕਾਲਡ ਜਿਹੜੇ ਲੀਡਰ ਹੈ ਉਹਨਾਂ ਦੀਆਂ ਹਰ ਐਕਟੀਵਿਟੀਜ਼ ਨੂੰ ਵਾਚ ਕਰ ਰਹੇ ਹਾਂ। ਸਾਡੀ ਨਿਗਾਹ ਉਹਨਾਂ ਦੇ ਉੱਤੇ ਪਈ ਆ, ਕੀ ਉਹ ਬੋਲਦੇ ਆ, ਕੀ ਉਹ ਕਹਿੰਦੇ ਆ, ਕਿਹਨੂੰ ਉਹ ਬੁਲਾਉਂਦੇ ਆ, ਕਿੱਥੇ ਜਾਂਦੇ ਆ, ਕੀ ਕਰਦੇ ਆ। ਇਹ ਸਾਰੀਆਂ ਗੱਲਾਂ ਇਤਿਹਾਸ ਦਾ ਪਾਰਟ ਬਣ ਚੁੱਕੀਆਂ। ਇਹ ਇਤਿਹਾਸ ਦਾ ਪਾਰਟ ਆ, ਇਹ ਕਰੰਟ ਹਿਸਟਰੀ ਦਾ ਪਾਰਟ ਆ। ਮੇਰੀ ਕਿਸੇ ਨਾਲ ਕੋਈ ਪ੍ਰੈਜੁਡਿਸ ਨਹੀਂ, ਕਿਸੇ ਨਾਲ ਮੇਰੀ ਕੋਈ ਮੁਖਾਲਫਤ ਨਹੀਂ, ਕਿਸੇ ਨਾਲ ਮੇਰਾ ਕੋਈ ਪਿਆਰ ਵੀ ਨਹੀਂ। ਆਈ ਐਮ ਐਨ ਇੰਡੀਪੈਂਡੈਂਟ ਪਰਸਨ, ਪਰ ਮੇਰੀ ਕਮਿਟਮੈਂਟ ਕਿਸਾਨਾਂ ਦੇ ਨਾਲ ਆ, ਗੁਰੂ ਦੀ ਵਿਚਾਰਧਾਰਾ ਦੇ ਨਾਲ ਆ। ਤੋ ਉਸੇ ਪੱਖ ਤੋਂ ਇਹ ਚੀਜ਼ਾਂ ਮੈਂ ਆਪ ਦੇ ਅੱਗੇ ਲਿਆ ਕੇ ਰੱਖ ਰਿਹਾ ਕਿ ਵਾਚਫੁਲ ਆਫ ਦੀ ਲੀਡਰਸ ਨੂੰ ਤੁਸੀਂ ਟੋਟਲੀ ਵਾਚ ਕਰੋ, ਉਹ ਕੀ ਕਰ ਰਹੇ ਆ। ਜੇ ਕੋਈ ਇਹ ਮੋਰਚਾ ਫੇਲ ਹੋਇਆ, ਰੱਬ ਕਰੇ, ਗੁਰੂ ਕਰੇ ਮੋਰਚਾ ਫੇਲ ਨਾ ਹੋਵੇ, ਕਿਸਾਨ ਇਸ ਚੋਂ ਕਾਮਯਾਬ ਹੋ ਕੇ ਵਾਪਸ ਆਪਣੇ ਘਰਾਂ ਵਿੱਚ ਪਰਤਨ, ਇਹ ਤਿੰਨੇ ਕਾਨੂੰਨ ਵਾਪਸ ਹੋ ਜਾਣ। ਵਾਹਿਗੁਰੂ ਇਹੀ ਕਰੇ, ਸੱਚੇ ਪਾਤਸ਼ਾਹ ਇਹੀ ਕਰੇ। ਪਰ ਜੇ ਕੋਈ ਆਨੀ ਕਾਨੀ ਹੋਈ ਤਾਂ ਜ਼ਰੂਰ ਕੌਣ ਜ਼ਿੰਮੇਵਾਰ ਹੋਏਗਾ? ਮੈਂ ਸਮਝਦਾ ਇਹ ਜ਼ਿੰਮੇਵਾਰ ਹੋਣਗੇ ਜਿਹੜੇ ਲੀਡਰ ਹੈ। ਸੋ ਲੀਡਰਾਂ ਦੇ ਸਿਰ ਦੇ ਉੱਤੇ ਬਹੁਤ ਵੱਡੀ ਜ਼ਿੰਮੇਵਾਰੀ ਆ। ਮੇਰੀ ਗੱਲ ਦਾ ਕੋਈ ਗੁੱਸਾ ਨਾ ਕਰਿਓ, ਮੈਨੂੰ ਤਾਂ ਜੋ ਸਾਹਮਣੇ ਨਜ਼ਰ ਆਇਆ, ਜੋ ਹੋਇਆ, ਉਹ ਮੈਂ ਕਹਿ ਦਿੱਤਾ, ਉਹੀ ਮੈਂ ਲਿਖ ਦੇਣਾ ਹੈਗਾ। ਸੋ ਇਸ ਕਰਕੇ ਮੇਰੀ ਅਖੀਰ 'ਚ ਬੇਨਤੀ ਆ ਕਿ ਜਿੰਨੇ ਕਿਸਾਨ ਵਿਚਾਰੇ ਉੱਥੇ ਤੜਫ ਰਹੇ ਆ, ਕਿੰਨੇ ਸ਼ਹੀਦ ਹੋ ਗਏ, ਉਹਨਾਂ ਦੀਆਂ ਰੂਹਾਂ ਜਿਹੜੀਆਂ ਹੈਗੀਆਂ ਉਹ ਤੁਹਾਨੂੰ ਵਾਚ ਕਰ ਰਹੀਆਂ। ਤੋ ਇਸ ਕਰਕੇ ਇਹਨਾਂ ਲੋਕਾਂ ਦਾ ਇਮਤਿਹਾਨ ਹੈ, ਲੀਡਰਾਂ ਦਾ, ਇਹਨਾਂ ਲੀਡਰਾਂ ਦਾ ਇਮਤਿਹਾਨ ਹੈ। ਇਹ ਲੀਡਰ ਵਾਚਫੁਲ ਹੋ ਜਾਣ, ਇਹ ਲੀਡਰ ਇਸ ਗੱਲ ਨੂੰ ਸੁਚੇਤ ਹੋ ਜਾਣ ਕਿ ਉਹਨਾਂ ਦੀ ਹਰ ਐਕਟੀਵਿਟੀ, ਹਰ ਬੋਲਿਆ ਹੋਇਆ ਲਫ਼ਜ਼ ਆ ਜਿਹੜਾ ਉਹ ਤੋਲਿਆ ਜਾ ਰਿਹਾ, ਉਹ ਲਿਖਿਆ ਜਾ ਰਿਹਾ, ਉਸ ਦੀ ਅਸੈਸਮੈਂਟ ਹੋ ਰਹੀ, ਉਸ ਦਾ ਐਨਾਲਿਸਿਸ ਹੋ ਰਿਹਾ ਚਾਰੇ ਪਾਸੇ। ਤੋ ਇਸ ਕਰਕੇ ਮੇਰੀ ਇਹੀ ਗੁਰੂ ਅੱਗੇ ਬੇਨਤੀ ਹੈ ਕਿ ਇਹਨਾਂ ਨੂੰ ਸਮੱਤ ਬਖਸ਼ੇ, ਮਹਾਰਾਜ ਇਹਨਾਂ ਨੂੰ ਸਮੱਤ ਦੇਵੇ ਲੀਡਰਾਂ ਨੂੰ, ਕਿ ਉਹ ਕਿਸਾਨਾਂ ਨੂੰ ਬਿਟਰੇ ਨਾ ਕਰਨ, ਕਿਸਾਨਾਂ ਦੇ ਹਿੱਤ ਵਿੱਚ ਖੜੇ ਰਹਿਣ, ਕਿਸਾਨਾਂ ਦਾ ਜੋ ਆਬਜੈਕਟਿਵ ਹੈ, ਜੋ ਉਹਨਾਂ ਦਾ ਮਿਸ਼ਨ ਹੈ, ਜਿਸ ਗੱਲ ਲਈ ਉਹ ਸਟਰਗਲ ਕਰ ਰਹੇ ਆ, ਜਿਸ ਗੱਲ ਲਈ ਉਹ ਤਕਲੀਫ ਸਹਿ ਰਹੇ ਆ, ਉਹ ਪੂਰਾ ਹੋ ਜਾਵੇ। ਮਹਾਰਾਜ ਸੱਚੇ ਪਾਤਸ਼ਾਹ ਗੁਰੂ ਮਹਾਰਾਜ ਗੁਰੂ ਨਾਨਕ ਦੇਵ ਇਸ ਚੀਜ਼ ਦੇ ਉੱਤੇ ਬਖਸ਼ਿਸ਼ ਕਰਨ, ਸੋਝੀ ਦੇਣ ਇਹਨਾਂ ਨੂੰ, ਔਰ ਸਮੱਤ ਬਖਸ਼ਣ। ਸੋ ਇੰਨੀ ਕਹਿ ਕੇ ਮੈਂ ਆਪਣੀ ਗੱਲ ਖਤਮ ਕਰ ਰਿਹਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।